ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੋਨੀਆ ਸਿਮਰ ਰੂਬਰੂ ਇਹ ਹੁਨਰ ਪ੍ਰੋਜੈਕਟ ਤਹਿਤ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀਆਂ ਸ਼ਖਸੀਅਤਾਂ ਦੀ ਇੰਟਰਵਿਊ ਕੀਤੀ ਜਾਂਦੀ ਹੈ ਜੀ। ਜਿਸ ਸ਼ਖਸੀਅਤ ਨੂੰ ਅੱਜ ਤੁਹਾਡੇ ਰੂਬਰੂ ਕਰਾਉਣ ਜਾ ਰਹੀ ਹਾਂ, ਉਹ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਜੀ ਹਾਂ, ਮੇਰੀ ਮੁਰਾਦ ਨਾਮਧਾਰੀ ਸਮਾਜ ਦੇ ਵਰਤਮਾਨ ਮੁਖੀ ਸਤਿਗੁਰੂ ਠਾਕੁਰ ਦਲੀਪ ਸਿੰਘ ਜੀ ਤੋਂ। ਉਹਨਾਂ ਨੇ ਆਪ ਜੀ ਉਮੀਦ ਕਰਦੀ ਹਾਂ ਕਿ ਆਪ ਜੀ ਉਹਨਾਂ ਦੇ ਪ੍ਰਚਾਰ ਤੇ ਉਹਨਾਂ ਦੀ ਸੋਚ ਤੋਂ ਭਲੀ-ਭਾਂਤੀ ਜਾਣੂ ਹੋਵੋਗੇ। ਉਹ ਸਮਾਜ ਵਿੱਚ ਸਾਰੇ ਹੀ ਸਮਾਜ ਨੂੰ ਇੱਕੋ ਏਕਤਾ ਦੀ ਲੜੀ ਵਿੱਚ ਪਰੋ ਕੇ ਬਿਨਾਂ ਵਿਤਕਰੇ ਤੋਂ ਇੱਕੋ ਹੀ ਪਲੇਟਫਾਰਮ ਤੇ ਦੇਖਣਾ ਚਾਹੁੰਦੇ ਨੇ। ਸੋ ਬੜੇ ਹੀ ਸਤਿਕਾਰ, ਅਦਬ ਤੇ ਨਿਮਰਤਾ ਦੇ ਨਾਲ ਉਹਨਾਂ ਨੂੰ ਸੱਦਾ ਦੇਣਾ ਚਾਹਾਂਗੀ। ਸਤਿਗੁਰੂ ਠਾਕੁਰ ਦਲੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੂਬਰੂ ਇਹ ਹੁਨਰ ਪ੍ਰੋਜੈਕਟ ਦੀ ਸਮੁੱਚੀ ਟੀਮ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ। ਮੈਂ ਆਪ ਜੀ ਦਾ ਇੱਕ ਪ੍ਰਵਚਨ ਸੁਣਿਆ ਸੀਗਾ। ਆਪ ਜੀ ਨੇ ਕਿਹਾ ਸੀਗਾ ਕਿ ਔਰਤਾਂ ਨੂੰ ਮਾੜਾ ਨਾ ਕਹੋ। ਆਪ ਜੀ ਔਰਤਾਂ ਦੇ ਸਰਬਪੱਖੀ ਵਿਕਾਸ ਤੇ ਉਹਨਾਂ ਦੀ ਸਮਾਜ ਦੇ ਵਿੱਚ ਭਾਗੀਦਾਰੀ ਲਈ ਕਿਹੜੇ-ਕਿਹੜੇ ਉਪਰਾਲੇ ਕਰ ਰਹੇ ਹੋ ਜੀ? ਸਭ ਤੋਂ ਪਹਿਲਾਂ ਆਪ ਜੀ ਦੇ ਰੂਬਰੂ ਹੁਨਰ ਚੈਨਲ ਦਾ ਅਤੇ ਸਾਰੇ ਸਰੋਤਿਆਂ ਦਾ ਆਪ ਜੀ ਦਾ ਬਹੁਤ ਧੰਨਵਾਦ। ਆਪ ਜੀ ਨੇ ਮੈਨੂੰ ਸਮਾਂ ਦਿੱਤਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਚਨ ਹੈ, ਸੋ ਕਿਉ ਮੰਦਾ ਜਿਤ ਜਮੈ ਰਾਜਾ। ਇਸ ਵਚਨ ਨੂੰ ਲੈ ਕੇ ਮੈਂ ਉਹ ਗੱਲ ਕੀਤੀ ਸੀ। ਇਹਦਾ ਇੱਕ ਮੁੱਢ ਹੋਰ ਤੁਹਾਨੂੰ ਦੱਸ ਦੇਵਾਂ ਕਿ ਸਾਨੂੰ ਸਾਡੇ ਸਤਿਗੁਰੂ ਰਾਮ ਸਿੰਘ ਜੀ ਤੋਂ ਸਾਡਾ ਨਾਮਧਾਰੀ ਪੰਥ ਸ਼ੁਰੂ ਹੁੰਦਾ ਹੈ ਤੇ ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਹੈ ਕਿ ਗੁਰਬਾਣੀ ਅਨੁਸਾਰ ਜੀਵਨ ਜਿਓ। ਗੁਰਬਾਣੀ ਅਨੁਸਾਰ ਜੀਵਨ ਜਿਉਂਦਿਆਂ ਫਿਰ ਮੈਂ ਉਸ ਬਚਨ ਨੂੰ ਮੰਨ ਕੇ ਇਹ ਕੋਸ਼ਿਸ਼ ਕੀਤੀ ਕਿ ਗੁਰਬਾਣੀ ਵਿੱਚ ਜੋ ਸੱਚੇ ਪਾਤਸ਼ਾਹ ਦਾ ਲਿਖਿਆ ਹੋਇਆ ਉਹਨੂੰ ਮੰਨਣਾ ਸ਼ੁਰੂ ਕਰੀਏ। ਲੱਭਦਿਆਂ ਤੁਕਾਂ ਲੱਭੀਆਂ, ਜਿਵੇਂ ਸੋ ਕਿ ਮੰਦਾ ਕਿਸੇ ਨਾ ਆਖੀਏ, ਇਹ ਵੀ ਆਸਾ ਦੀ ਵਾਰ 'ਚ ਆਉਂਦੀ। ਅਸੀਂ ਸਾਰੇ ਇੱਕ ਦੂਜੇ ਨੂੰ ਮੰਦਾ ਆਖੀ ਹੀ ਜਾਂਦੇ ਹਾਂ ਤੇ ਉਹਦੇ ਵਿੱਚ ਇੱਕ ਇਹ ਤੁਕ ਪੜ੍ਹੀ, ਫਿਰ ਇਸ ਤੁਕ ਨੂੰ ਪੜ੍ਹ ਕੇ ਉਹਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨੂੰ ਪ੍ਰਚਾਰਿਆ। ਉਹਦੇ ਤੇ ਵਿਚਾਰ ਕੇ ਫਿਰ ਅੱਗੇ ਬਾਕੀ ਜੋ ਵੀ ਕਾਰਜ ਸੀ ਉਹ ਕੀਤੇ। ਇਹ ਤੁਕ ਪੜ੍ਹ ਕੇ ਜਦੋਂ ਮੈਂ ਇਸ ਤੁਕ ਨੂੰ ਲੈ ਕੇ ਪ੍ਰਚਾਰ ਕੀਤਾ ਤੇ ਉਦੋਂ ਮੈਨੂੰ ਬੜੀ ਹੈਰਾਨੀ ਹੋਈ ਕਿ ਸਾਡੇ ਪੰਥ ਵਿੱਚ ਹਰ ਰੋਜ਼ ਹਰ ਗੁਰਦੁਆਰੇ ਵਿੱਚ ਆਸਾ ਦੀ ਵਾਰ ਪੜ੍ਹੀ ਜਾਂਦੀ ਹੈ। ਕਰੋੜਾਂ ਸਿੱਖ ਸੁਣਦੇ ਨੇ ਅਤੇ ਕਈ ਸਾਡੇ ਪ੍ਰਚਾਰਕ ਕਥਾਵਾਚਕ ਉਹ ਕਥਾ ਕਰਦੇ ਨੇ, ਪਰੰਤੂ ਇਹ ਗੱਲ ਕੋਈ ਨਹੀਂ ਕਹਿੰਦਾ ਕਿ ਜਨਾਨੀਆਂ ਨੂੰ ਭੈੜਾ ਨਹੀਂ ਆਖਣਾ, ਕਿਉਂਕਿ ਗੁਰਬਾਣੀ 'ਚ ਹੁਕਮ ਹੈ। ਇੱਥੋਂ ਤੱਕ ਹੈਗਾ ਕਿ ਜਿਹੜੇ ਕੀਰਤਨੀ ਆਸਾ ਦੀ ਵਾਰ ਪੜ੍ਹਨ ਵਾਲੇ ਨੇ ਉਹ ਵੀ ਆਪਣੀਆਂ ਘਰ ਵਾਲੀਆਂ ਨੂੰ, ਜਨਾਨੀਆਂ ਨੂੰ ਗਾਲਾਂ ਮਾਵਾਂ ਭੈਣਾਂ ਦੀਆਂ ਕੱਢਦੇ ਨੇ ਤੇ ਟਿਕਾ ਕੇ ਕੁੱਟਦੇ ਨੇ ਡੰਡਿਆਂ ਨਾਲ। ਮੈਂ ਉਹ ਸਭ ਕੁਛ ਵੇਖ ਕੇ ਹੈਰਾਨ ਰਹਿ ਗਿਆ ਵੀ ਹੱਦ ਹੋ ਗਈ। ਅਸੀਂ ਮੱਥਾ ਵੀ ਟੇਕੀ ਜਾਂਦੇ ਹਾਂ, ਗੁਰੂ ਜੀ ਨੂੰ ਬਾਣੀ ਨੂੰ ਪੜ੍ਹੀ ਵੀ ਜਾਂਦੇ ਹਾਂ, ਕਰਦੇ ਕੀ। ਸੋ ਉਹ ਜਾਗ ਉੱਥੋਂ ਲੱਗੀ। ਫਿਰ ਅੱਗੋਂ ਬਾਕੀ ਤਾਂ ਜੋ ਗੁਰੂ ਜੀ ਨੇ ਕਰਵਾਇਆ ਉਹਦੇ ਅਨੁਸਾਰ ਸਾਰਾ ਕੁਝ ਕੀ ਕਰ ਰਹੇ ਹਾਂ। ਇਹਨਾਂ ਕੁਛ ਵੈਸੇ ਮੈਨੂੰ ਯਾਦ ਵੀ ਸ਼ਾਇਦ ਨਾ ਹੋਵੇ, ਪਰੰਤੂ ਮੋਟੀ ਜੀ ਗੱਲ ਇਹ ਹੈਗੀ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਰ ਰਿਹਾ ਕਿ ਜਿਹੜੀ ਇਹ ਗੱਲ ਮੈਂ ਕੀਤੀ ਹੈਗੀ ਹੈ, ਮੈਂ ਕਹਿ ਰਿਹਾ ਕਿ ਇਸਤਰੀਆਂ ਨੂੰ ਕਦੀ ਮਾੜਾ ਨਹੀਂ ਆਖਣਾ ਅਤੇ ਹੱਥ ਨਹੀਂ ਚੁੱਕਣਾ। ਦੂਸਰੀ, ਇਸਤਰੀਆਂ ਨੂੰ ਅੱਗੇ ਲਿਆਉਣ ਵਾਸਤੇ ਉਹਨਾਂ ਨੂੰ ਆਪਣੇ ਜਿਹੜੇ ਸਾਡੇ ਵੱਡੇ ਧਾਰਮਿਕ ਸਮਾਗਮ ਹੁੰਦੇ ਨੇ ਉਹਦਾ ਪ੍ਰਬੰਧ ਸੰਭਾਲ ਦਿੱਤਾ। ਉਹਨਾਂ ਨੂੰ ਮੰਚ ਸਕੱਤਰ ਬਣਾ ਦਿੱਤਾ। ਇਸਤਰੀਆਂ ਨੂੰ ਉਹਨਾਂ ਨੂੰ ਕਿਹਾ ਕਿ ਹਰ ਖੇਤਰ ਵਿੱਚ ਅੱਗੇ ਆਓ।
ਤੇ ਹਰ ਖੇਤਰ ਵਿੱਚ ਅੱਗੇ ਲਿਆਉਣ ਲਈ ਉਹਨਾਂ ਨੂੰ ਹਰ ਕੰਮ ਦੇ ਵਿੱਚ ਸਾਰੀਆਂ ਸੰਸਥਾਵਾਂ ਵਿੱਚ ਉਹਨਾਂ ਨੂੰ ਹੌਲੀ-ਹੌਲੀ ਸ਼ਾਮਲ ਕਰ ਰਹੇ ਹਾਂ। ਜੀ ਕਿਉਂਕਿ ਜਦੋਂ ਇਸਤਰੀ ਅੱਗੇ ਆਏਗੀ ਉਹਦੇ ਨਾਲ ਪੁਰਸ਼ ਦਾ ਭਾਰ ਵੰਡਿਆ ਜਾਏਗਾ। ਇਸਤਰੀ ਨੂੰ ਜੀ ਹੋਵੇਗਾ, ਕੰਮ ਕਰਨ ਦੀ ਜਾਚ ਆਏਗੀ, ਅਕਲ ਜ਼ਿਆਦਾ ਆਏਗੀ, ਧੱਕੇ ਖਾ ਕੇ ਆਉਂਦੀ ਹੈ, ਕੋਲ ਵੇਖ ਕੇ ਸੁਣ ਕੇ ਆਉਂਦੀ ਹੈ। ਜੇ ਇਸਤਰੀ ਸਿਆਣੀ ਹੋਵੇਗੀ ਤਾਂ ਹੀ ਅੱਗੋਂ ਉਹਦੇ ਬੱਚੇ ਜਿਹੜੇ ਨੇ ਉਹ ਵੀ ਸਿਆਣੇ ਹੋਣਗੇ। ਔਰ ਜੀ ਇਸਤਰੀਆਂ ਨੂੰ ਇੱਥੋਂ ਤੱਕ ਕਿ ਇਸਤਰੀਆਂ ਨੂੰ ਮੈਂ ਤਾਂ ਇਹ ਵੀ ਉਹਨਾਂ ਨੂੰ ਖੁੱਲ੍ਹ ਦਿੱਤੀ ਹੈ ਕਿ ਤੁਸੀਂ ਹਰ ਖੇਤਰ ਵਿੱਚ ਅੱਗੇ ਆਓ, ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਇੱਥੋਂ ਤੱਕ ਕਿ ਤੁਸੀਂ ਰਾਜਨੀਤੀ 'ਚ ਜੀ ਵੀ ਅੱਗੇ ਆਓ, ਫਿਲਮੀ ਖੇਤਰ ਵਿੱਚ ਜੀ ਅੱਗੇ ਆਓ। ਮਤਲਬ ਇਹ ਜੀ ਦੋ ਖੇਤਰ ਤੇ ਰਾਜਨੀਤੀ ਦੇ ਦੋ ਖੇਤਰ ਐਸੇ ਹੈਗੇ ਨੇ ਜਿਨ੍ਹਾਂ ਤੋਂ ਸਾਰੇ ਮਨੁੱਖ ਪ੍ਰਭਾਵਿਤ ਹੁੰਦੇ ਨੇ। ਬਾਕੀ ਕੋਈ ਧਾਰਮਿਕ ਗੱਲਾਂ ਕੋਈ ਸੁਣੇ ਨਾ ਸੁਣੇ, ਪਰ ਇਹਦੇ ਤੋਂ ਤਾਂ ਸਾਰੇ ਪ੍ਰਭਾਵਿਤ ਹੁੰਦੇ ਹੀ ਨੇ। ਇਸ ਕਰਕੇ ਉਹਨਾਂ ਨੂੰ ਕਿਹਾ ਕਿ ਹਰ ਖੇਤਰ ਵਿੱਚ ਅੱਗੇ ਆਓ। ਜੀ ਤੋ ਇਸ ਤਰ੍ਹਾਂ ਕਰਕੇ ਕਾਫੀ ਕੁਝ ਕਰ ਰਹੇ ਹਾਂ। ਔਰ ਇਸਤਰੀਆਂ ਦੇ ਭਾਵ ਮਤਲਬ ਕੁੜੀਆਂ ਦੀ ਪੜ੍ਹਾਈ ਵਾਸਤੇ ਵੀ ਕਰ ਰਹੇ ਹਾਂ, ਕਿਉਂਕਿ ਜਿੰਨਾ ਚਿਰ ਪੜ੍ਹੀਆਂ ਲਿਖੀਆਂ ਨਹੀਂ ਹੋਣਗੀਆਂ ਉਹਨਾਂ ਚਿਰ ਕਿਸੇ ਖੇਤਰ 'ਚ ਅੱਗੇ ਨਹੀਂ ਆ ਸਕਣਗੇ। ਜੀ ਹਾਂਜੀ ਜੀ ਜਿਵੇਂ ਆਪ ਜੀ ਵੱਲੋਂ ਜਿਹੜੇ ਲੋੜਵੰਦ ਬੱਚੀਆਂ ਨੇ ਤੇ ਝੁੱਗੀਆਂ ਦੇ ਵਿੱਚ ਰਹਿ ਰਹੇ ਬੱਚੇ ਨੇ, ਉਹਨਾਂ ਵਿੱਚ ਜਿਹੜਾ ਜਿਵੇਂ ਆਪਾਂ ਅਕਸਰ ਸੁਣਦੇ ਆ ਕਿ ਪ੍ਰਸ਼ਾਦੇ ਦਾ ਲੰਗਰ ਜਾਂ ਹੋਰ ਕਈ ਪਦਾਰਥਾਂ ਦਾ ਲੰਗਰ ਲੱਗਦਾ, ਪਰ ਆਪ ਜੀ ਵੱਲੋਂ ਉਹਨਾਂ ਲੋੜਵੰਦਾਂ ਤੱਕ ਵੀ ਵਿੱਦਿਆ ਦਾ ਲੰਗਰ ਪਹੁੰਚਾਇਆ ਜਾਂਦਾ ਵਾ। ਤੇ ਆਪ ਜੀ ਦੀ ਇਹ ਸੋਚ ਕਿੱਥੋਂ ਆਈ ਤੇ ਆਪ ਜੀ ਨੇ ਇਹ ਕਾਰਜ ਕਰਨ ਦੀ ਕਿਉਂ ਸੋਚੀ ਜੀ? ਇਸ ਤਰ੍ਹਾਂ ਜੀ ਕਿ ਅਸੀਂ ਸਿੱਖ ਹਾਂ, ਪੱਕੇ ਸਿੱਖ ਹਾਂ। ਜੀ ਸਿੱਖਾਂ ਵਿੱਚ ਕਈ ਸੰਪਰਦਾਵਾਂ ਨੇ, ਉਹਨਾਂ ਵਿੱਚੋਂ ਇੱਕ ਅਸੀਂ ਨਾਮਧਾਰੀ ਹਾਂ। ਤੇ ਇਹ ਸੋਚ ਜੀ ਮੇਰੀ ਆਈ ਹੈ ਕਿ ਸਾਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਇਹ ਹੁਕਮ ਦਿੱਤਾ ਹੋਇਆ ਕਿ ਹਰ ਲੜਕੇ ਲੜਕੀ ਨੂੰ ਹੋਸ਼ ਆਉਂਦੀ ਨਾਲ ਗੁਰਮੁਖੀ ਅੱਖਰ ਪੜ੍ਹਾਉਣੇ। ਉਸ ਸਮੇਂ ਜੀ ਕੇਵਲ ਗੁਰਮੁਖੀ ਹੁੰਦੀ ਸੀ, ਅੱਜ ਵੀ ਅਸੀਂ ਗੁਰਮੁਖੀ ਵੀ ਪੜ੍ਹਾਉਂਦੇ ਹਾਂ ਤੇ ਬਾਕੀ ਜੀ ਵਿਦਿਆ ਵੀ ਦਿੰਦੇ ਹਾਂ। ਸੋ ਇਹ ਤਾਂ ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਸੀ। ਉਸ ਤੋਂ ਅਗਲੀ ਗੱਲ ਹੈ ਕਿ 10ਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਨਾਂ ਦੇ ਵਾਸਤੇ ਮੈਂ ਇੱਕ ਨਾਅਰਾ ਦਿੱਤਾ ਹੋਇਆ, ਵਿਦਿਆ ਦਾਤੇ ਦਸ਼ਮੇਸ਼ ਪ੍ਰਗਟੇ ਆਪ ਪਰਮੇਸ਼। ਕਿਉਂਕਿ ਸਿੱਖ ਪੰਥ ਵਿੱਚ, ਭਾਰਤ ਵਿੱਚ ਵਿਦਿਆ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ। ਜੇ ਉਹ ਨਾ ਕਰਦੇ ਤਾਂ ਸਾਰੇ ਅਨਪੜ੍ਹ ਹੀ ਰਹਿ ਜਾਣਾ ਸੀ। ਸੱਚੇ ਜੀ ਪਾਤਸ਼ਾਹ ਦੀ ਆਪਣੀ ਰਚੀ ਰਚਵਾਈ ਬਾਣੀ ਉਹਨੂੰ ਪੜ੍ਹ ਕੇ ਦੇਖੋ ਕਿੰਨੀ ਵਿਦਵਤਾ ਪੂਰਵਕ ਹੈ। ਤੇ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਅਸੀਂ ਝੁੱਗੀਆਂ ਵਾਲੇ ਬੱਚਿਆਂ ਨੂੰ, ਉਹਨਾਂ ਸਾਰਿਆਂ ਨੂੰ, ਉਹਨਾਂ ਨੂੰ ਪੜ੍ਹਾ ਰਹੇ ਹਾਂ। ਦੂਸਰੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਗੁਰ ਪ੍ਰਸਾਦੀ ਵਿਦਿਆ ਵਿਚਾਰ ਹੈ। ਗੁਰ ਪ੍ਰਸਾਦੀ ਵਿਦਿਆ ਵਿਚਾਰ ਹੈ, ਪੜ੍ਹ ਪਾਵੈ ਮਾਨ। ਭਾਵ ਵਿਦਿਆ ਜੀ ਪ੍ਰਾਪਤ ਕਰੇ, ਉਹਨੂੰ ਵਿਚਾਰੇ, ਪੜ੍ਹੇ, ਤਾਂ ਹੀ ਕਿਤੇ ਵੀ ਕਿਸੇ ਸਭਾ ਦੇ ਵਿੱਚ ਸੰਸਾਰ 'ਚ ਮਨੁੱਖ ਨੂੰ ਮਾਣ ਪ੍ਰਾਪਤ ਹੋ ਸਕਦਾ। ਸੋ ਇਸ ਜੀ ਕਰਕੇ ਉਹਨਾਂ ਦੇ ਬਚਨ ਨੂੰ ਮੰਨਦੇ ਹੋਏ, ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਅਸੀਂ ਇਹ ਵਿਦਿਆ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਾਂ। ਜੀ ਜਿਹੜੀ ਗੱਲ ਤੁਸੀਂ ਲੰਗਰ ਦੀ ਕਰਦੇ ਹੋ, ਦਾ ਅਰਥ ਮੇਰੇ ਅਨੁਸਾਰ ਹੈਗਾ ਕਿ ਲੋੜਵੰਦ ਦੀ ਲੋੜ ਪੂਰੀ ਕਰਨੀ। ਸਤਿਗੁਰੂ ਰਾਮ ਸਿੰਘ ਜੀ ਦਾ ਸਾਨੂੰ ਹੁਕਮ ਹੈ ਕਿ ਭੁੱਖੇ ਨੂੰ ਰੋਟੀ, ਨੰਗੇ ਨੂੰ ਕੱਪੜਾ, ਜੋੜੇ ਵਾਲੇ ਨੂੰ ਜੋੜਾ ਦੇਣਾ, ਭਾਵੇਂ ਜੀ ਵਿਰੋਧੀ ਨਿੰਦਕ ਹੋਵੇ, ਕੋਈ ਵੀ ਹੋਵੇ। ਉਹਦਾ ਭਾਵ ਇਹ ਹੀ ਹੈ ਕਿ ਲੋੜ ਵਾਲੇ ਦੀ ਲੋੜ ਪੂਰੀ ਕਰਨੀ। ਹੁਣ ਜਿਹਨੂੰ ਵਿਚਾਰੇ ਜੀ ਨੂੰ ਉਹਨੂੰ ਵਿਦਿਆ ਦੀ ਹੈ ਤੇ ਅਸੀਂ ਉਹਨੂੰ ਜਾ ਕੇ ਜਲੇਬੀਆਂ ਖਵਾਈ ਜਾਈਏ ਤੇ ਉਹਦੇ ਨਾਲ ਵਿਦਿਆ ਦੀ ਲੋੜ ਤਾਂ ਜੀ ਨਹੀਂ। ਸੋ ਇਹ ਜੀ ਸੋਚ ਦਾ ਮੁੱਦਾ ਇਹ ਹੈ ਕਿ ਗੁਰਬਾਣੀ ਵਿੱਚ ਲਿਖਿਆ ਹੈ ਔਰ ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਹੈ, ਉਹਦੇ ਕਰਕੇ ਕਰਦੇ ਪਏ ਆ। ਜਿਹੜੀ ਗੱਲ ਤੁਸੀਂ ਦੂਸਰੀ ਲੰਗਰ ਦੀ ਕੀਤੀ ਹੈ, ਲੰਗਰ ਸੰਬੰਧੀ ਇਸ ਤਰ੍ਹਾਂ ਜੀ ਕਿ ਜੀ ਲੰਗਰ ਦਾ ਅਰਥ ਜੋ ਮੈਂ ਤੁਹਾਨੂੰ ਦੱਸਿਆ ਉਹ ਹੈਗਾ। ਔਰ ਅਸੀਂ ਇਹ ਨਹੀਂ ਗਾ ਕਿ ਝੁੱਗੀਆਂ ਵਾਲਿਆਂ ਨੂੰ ਜਾਂ ਗਰੀਬਾਂ ਨੂੰ ਰੋਟੀ ਨਹੀਂ ਦਿੰਦੇ ਜਾਂ ਦੇਣ ਤੋਂ ਮਨਾ ਕਰਦੇ ਹਾਂ, ਪਰ ਇਹ ਹੈਗਾ ਕਿ ਉਹਨਾਂ ਨੂੰ ਰੋਟੀ ਦੇ ਸਿਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਰੋਟੀ ਤਾਂ ਇੱਕ ਦਿਨ ਦਿਓਗੇ, ਜੀ 2 ਦਿਨ ਦਿਓਗੇ। ਜੇ ਉਹਨਾਂ ਨੂੰ ਵਿਦਿਆ ਦੇਵਾਂਗੇ ਤਾਂ ਆਪਣੀ ਰੋਟੀ ਕਮਾਉਣ ਜੋਗੇ ਹੋ ਜਾਣਗੇ।
ਇਸ ਕਰਕੇ ਇਹ ਕਾਰਜ ਕਰ ਰਹੇ ਹਾਂ ਜੀ ਜੀ। ਜੀ ਜੀ ਬਿਲਕੁਲ, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਿਧਾਂਤ ਆ ਉਹਨਾਂ ਨੂੰ ਦ੍ਰਿੜ ਕਰਦੇ ਹੋਏ ਤੁਸੀਂ ਉਹਨਾਂ ਦੇ ਇਰਾਦੇ ਨੂੰ ਸਮਾਜ ਦੇ ਵਿੱਚ ਪਹੁੰਚਾ ਰਹੇ ਆ। ਬਹੁਤ ਘੱਟ ਅਜਿਹਾ ਹੁੰਦਾ ਕਿ ਜਿਹੜੇ ਝੁੱਗੀਆਂ ਵਾਲੇ ਬੱਚੇ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਜੀ। ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਆਪ ਜੀ। ਆਪ ਜੀ ਲੋੜਵੰਦ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਵੀ ਲੱਭ ਕੇ ਉਹਨਾਂ ਤੱਕ ਖਰਚਾ ਪਹੁੰਚਾਉਂਦੇ ਹੋ, ਤੇ ਤੁਸੀਂ ਉਹਨਾਂ ਪਰਿਵਾਰਾਂ ਨੂੰ ਕਿਵੇਂ ਲੱਭਦੇ ਹੋ ਤੇ ਉਹਨਾਂ ਤੱਕ ਕਿਵੇਂ ਖਰਚਾ ਪਹੁੰਚਾਉਂਦੇ ਹੋ? ਇਹ ਪਹੁੰਚ ਉਹਨਾਂ ਤੱਕ ਕਿਵੇਂ ਕਰਦੇ ਹੋ ਤੁਸੀਂ ਆਪ ਜੀ? ਬੀਬੀ ਜੀ, ਇਸ ਤਰ੍ਹਾਂ ਹੈ ਕਿ ਅਸੀਂ ਵੱਖੋ ਵੱਖਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਵੀ ਸੰਗਤ ਹੈਗੀ ਹੈ ਉੱਥੇ ਸੰਗਤ ਨੂੰ ਕਿਹਾ ਹੈ ਕਿ ਆਪੋ ਨੇੜੇ ਤੇੜੇ ਜਾ ਕੇ ਗਰੀਬ ਪਰਿਵਾਰਾਂ ਜੀ ਨੂੰ ਲੱਭੋ। ਉਹ ਉਹਨਾਂ ਨੂੰ ਲੱਭਦੇ ਨੇ ਜਿਹੜੇ ਉਹਨਾਂ ਦੀ ਜਾਣ ਪਹਿਚਾਣ ਵਿੱਚ ਹੈਗੇ ਨੇ, ਜਾਂ ਉਹ ਮਹੱਲੇ ਫਿਰ ਕੇ ਉਹਨਾਂ ਨੂੰ ਲੱਭ ਕੇ ਫਿਰ ਉਹਨਾਂ ਨੂੰ ਅਸੀਂ ਉਹਨਾਂ ਦੀ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾ ਕੰਮ ਤਾਂ ਇਹ, ਸਭ ਤੋਂ ਪਹਿਲੀ ਲੋੜ ਇਹ ਪੂਰੀ ਕਰਦੇ ਹਾਂ ਕਿ ਕੋਈ ਪ੍ਰਸ਼ਾਦੇ ਤੋਂ ਤੰਗ ਨਾ ਰਵੇ, ਪ੍ਰਸ਼ਾਦੇ ਤੋਂ ਕੋਈ ਭੁੱਖਾ ਨਾ ਰਵੇ। ਸਭ ਤੋਂ ਪਹਿਲੀ ਲੋੜ ਇਹ ਪੂਰੀ ਕਰ ਰਹੇ ਹਾਂ। ਉਹਦੇ ਘਰ ਆਟਾ ਦਾਲਾਂ ਘਿਓ ਹਰ ਮਹੀਨੇ ਦਾ ਬੱਝਾ ਕੇ ਇੰਨਾ ਰਸਤ ਦੇਵਾਂਗੇ, ਅਤੇ ਥੋੜੇ ਜਿਹੇ ਪੈਸੇ ਵੀ ਹੱਥ ਵਿੱਚ ਨਗਦੀ ਪੈਸੇ ਵੀ ਦੇਵਾਂਗੇ, ਕਿਉਂਕਿ ਸਾਰੀਆਂ ਚੀਜ਼ਾਂ ਨਹੀਂ ਦੇ ਸਕਦੇ ਨਾ, ਘਰ 'ਚ 100 ਲੋੜਾਂ ਹੁੰਦੀਆਂ ਨੇ। ਸੋ ਇਸ ਕਰਕੇ ਕੁਝ ਪੈਸੇ ਦੇ ਅਤੇ ਕੁਝ ਰਸਤ ਪਾਣੀ ਦੇ ਕੇ ਤਾਂ ਕਿ ਉਹਨਾਂ ਦੇ ਮਹੀਨੇ ਦਾ ਪ੍ਰਸ਼ਾਦੇ ਦਾ ਖਰਚਾ ਚੱਲੇ। ਸਭ ਤੋਂ ਪਹਿਲਾ ਕੰਮ ਇਹ ਸ਼ੁਰੂ ਕੀਤਾ ਜੀ। ਉਹ ਲੱਭ ਕੇ ਸੰਗਤ ਥਾਂ ਤੇ ਕਰ ਲਈਏ ਜੀ। ਜੀ ਜੀ ਜਿਵੇਂ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਸਾਲਾਂ ਤੇ ਇੱਕ ਨਾਅਰਾ ਦਿੱਤਾ ਸੀਗਾ ਕਿ ਜਿਹੜੀਆਂ ਲੜਕੀਆਂ ਉਹਨਾਂ ਨੂੰ 550 ਲੜਕੀਆਂ ਨੂੰ ਪੜ੍ਹਾਇਆ ਜਾਵੇ। ਇਸ ਪਿੱਛੇ ਆਪ ਜੀ ਦੀ ਕੀ ਸੋਚ ਸੀ ਜੀ? ਮੇਰੀ ਸੋਚ ਬਹੁਤ ਚੰਗੀ ਹੈ ਤੇ ਕਈਆਂ ਨੂੰ ਬਹੁਤ ਮਾੜੀ ਲੱਗਣੀ ਹੈ ਜੀ, ਕਿਉਂਕਿ ਮੈਂ ਉਸ ਸਤਿਗੁਰੂ ਨਾਨਕ ਦੇਵ ਦਾ ਸਿੱਖ ਹਾਂ ਜਿਨ੍ਹਾਂ ਨੇ ਜਿਹੜੀਆਂ ਬੇਮਤਲਬੀਆਂ ਪਰੰਪਰਾਵਾਂ ਸੀ ਉਹਨਾਂ ਨੂੰ ਤੋੜ ਕੇ ਨਵੀਆਂ ਲੀਹਾਂ ਪਾਈਆਂ ਸੀ। ਜਿਨ੍ਹਾਂ ਪਰੰਪਰਾਵਾਂ ਦਾ ਕਿਸੇ ਸਮੇਂ ਕੋਈ ਲੋੜ ਹੋਵੇਗੀ ਤੱਤ ਸੀ, ਅੱਜ ਨਹੀਂ ਰਹਿ ਗਿਆ। ਗੁਰੂ ਜੀ ਨੇ ਕਿਹਾ ਕਿ ਉਹ ਪਰੰਪਰਾਵਾਂ ਛੱਡ ਦਿਓ। ਉਸ ਗੁਰੂ ਦਾ ਸਿੱਖ ਹਾਂ ਮੈਂ। ਅੱਗੋਂ ਮੈਂ ਸਤਿਗੁਰੂ ਰਾਮ ਦਾ ਸਿੱਖ ਹਾਂ। ਸਤਿਗੁਰੂ ਰਾਮ ਸਿੰਘ ਜੀ ਨੇ ਵੀ ਨਵੀਆਂ ਪਰੰਪਰਾਵਾਂ ਸ਼ੁਰੂ ਕੀਤੀਆਂ, ਨਵੀਆਂ ਲੀਹਾਂ ਪਾਈਆਂ। ਸੋ ਸਤਿਗੁਰੂ ਰਾਮ ਸਿੰਘ ਦਾ ਵੰਸ਼ਜ ਵੀ ਹੈਗਾ ਮੈਂ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਉਹ ਸੋਚ ਇਹ ਸੀ ਕਿ ਜਿਹੜੀ ਮੈਂ ਪਹਿਲਾਂ ਲੰਗਰ ਦੀ ਗੱਲ ਦੱਸੀ ਹੈ ਕਿ ਅੱਜ ਸਾਡਾ ਸਿੱਖ ਪੰਥ ਘਟ ਰਿਹਾ, ਤੇ ਸਿੱਖ ਪੰਥ ਨੂੰ ਘਟਣੋਂ ਰੋਕਣ ਲਈ ਅਤੇ ਪੰਥ ਨੂੰ ਵਧਾਉਣ ਵਾਸਤੇ, ਪੰਥ ਨੂੰ ਘਟਣੋਂ ਰੋਕਣਾ ਤੇ ਪੰਥ ਨੂੰ ਵਧਾਉਣਾ ਹੈ, ਉਹਦੇ ਵਾਸਤੇ ਸਾਨੂੰ ਵਿਦਿਆ ਦਾ ਲੰਗਰ ਲਾਉਣ ਦੀ ਲੋੜ ਹੈ, ਪ੍ਰਸ਼ਾਦੇ ਦੇ ਲੰਗਰ ਦੀ ਨਹੀਂ। ਉਹਦੇ ਪਿੱਛੇ ਸੋਚ ਇਹ ਸੀਗੀ। ਕਿਰਪਾ ਤਾਂ ਮੇਰੇ ਗੁਰੂ ਦੀ ਹੈਗੀ ਹੈ, ਮੈਂ ਕੌਣ ਆ, ਪਰ ਉਹਨਾਂ ਦੀ ਕਿਰਪਾ ਨਾਲ ਸੋਚ ਇਹ ਸੀ, ਕਿਉਂਕਿ ਉਦੋਂ 550 ਸਾਲਾ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ, ਤੇ ਮੈਂ ਸੀ ਕਿ ਇਸ 550 ਸਾਲਾਂ ਤੇ ਹੋਰ ਫਜ਼ੂਲ ਖਰਚੀ ਕਰਨ ਦੀ ਬਜਾਏ ਇਹਨੇ ਲੰਗਰ ਲਾਤੇ, ਗੁਰਦੁਆਰਿਆਂ ਤੇ ਸੋਨਾ ਲਾਤਾ ਜੀ, ਉਹਦੀ ਬਜਾਏ 5.5 ਲੱਖ ਲੜਕੀਆਂ ਨੂੰ ਪੜ੍ਹਾਓ। 5.5 ਲੱਖ ਲੜਕੀਆਂ ਨੂੰ 550 ਸਾਲਾਂ ਤੇ ਪੜ੍ਹਾਓ। ਜਿਨ੍ਹਾਂ 5.5 ਲੱਖ ਲੜਕੀਆਂ ਨੂੰ ਆਪਾਂ ਪੜ੍ਹਾਵਾਂਗੇ ਉਹ ਸਾਰੀ ਉਮਰ ਵਾਸਤੇ ਸਿੱਖ ਰਹਿਣਗੀਆਂ, ਉਹਨਾਂ ਦੇ ਮਾਪੇ ਵੀ ਸਿੱਖ ਰਹਿਣਗੇ, ਬਣਨਗੇ। ਆਪੇ ਪੰਥ ਘਟਣੋਂ ਰੁਕੇਗਾ ਤੇ ਪੰਥ ਵਧੇਗਾ। ਇਹ ਉਹਦੇ ਪਿੱਛੇ ਸੋਚ ਆ ਹੈ। ਜਿਹੜਾ ਅਸੀਂ ਝੁੱਗੀਆਂ ਵਿੱਚ ਵੀ ਪੜ੍ਹਾਉਂਦੇ ਆ ਉਹਦੇ ਪਿੱਛੇ ਵੀ ਭਾਵੇਂ ਅਸੀਂ ਵਿਦਿਆ ਦਾ ਦਾਨ ਦਿੰਦੇ ਹਾਂ, ਕਿਉਂਕਿ ਵਿਦਿਆ ਦਾ ਦਾਨ ਉਹ ਹੈ ਜਿਸ ਦਾਨ ਨੂੰ ਕੋਈ ਖੋ ਨਹੀਂ ਸਕਦਾ। ਰੋਟੀ ਦਿਓਗੇ, 10 ਰੁਪਏ ਦਿਓਗੇ, ਕੋਈ ਵੀ ਖੋ ਲਏਗਾ, ਪਰ ਵਿਦਿਆ ਨੂੰ ਥੋੜਾ ਕੋਈ ਖੋ ਲਏਗਾ। ਉਹਦੇ ਪਿੱਛੇ ਵੀ ਇੱਕ ਕਾਰਨ ਇਹ ਹੈਗਾ ਕਿ ਅਸੀਂ ਸਿੱਖ ਪੰਥ ਵਧਾਉਣਾ ਚਾਹੁੰਦੇ ਹਾਂ। ਔਰ ਸਿੱਖ ਦਾ ਅਰਥ ਕੇਸ, ਦਾੜੀ, ਕਿਰਪਾਨ, ਬਾਹਰਲਾ ਸਰੂਪ, 5 ਕਕਾਰ ਨਹੀਂ ਹੈਗੇ। ਇਹ ਠੀਕ ਹੈ, ਅੰਮ੍ਰਿਤਧਾਰੀ ਸਿੰਘਾਂ ਵਾਸਤੇ ਇੱਕ ਸਰੂਪ ਹੈਗਾ, ਚਿੰਨ੍ਹ ਹੈਗੇ ਨੇ, ਪਰੰਤੂ ਸਿੱਖ ਅਤੇ ਅੰਮ੍ਰਿਤਧਾਰੀ ਸਿੰਘ ਥੋੜਾ ਜਿਹਾ ਫਰਕ ਹੈ। ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਇਹ ਅੰਮ੍ਰਿਤਧਾਰੀ ਖਾਲਸਾ
ਸਿੱਖ ਪੰਥ ਦਾ ਇੱਕ ਸ੍ਰੇਸ਼ਟ ਅੰਗ ਹੈ, ਇੱਕ ਅੰਗ ਹੈ, ਪਰ ਪੂਰਾ ਸਿੱਖ ਪੰਥ ਤਾਂ ਉਹ ਹੈ ਕਿ ਜਿਹਦੇ ਵਿੱਚ ਸਾਰੇ ਗੁਰੂ ਨਾਨਕ ਨਾਮ ਲੈਵਾ ਆਉਂਦੇ ਨੇ। ਜੀ ਦੇਖੋ ਰਾਏ ਬਲਾਰ ਉਹ ਵੀ ਸਿੱਖ ਸੀ, ਭਾਈ ਕਨਈਆ ਜੀ ਵੀ ਸਿੱਖ ਸੀ। ਭਾਈ ਕਨਈਆ, ਭਾਈ ਨੰਦ ਲਾਲ ਜੀ, ਇਹ ਏਡੇ ਵੱਡੇ ਪ੍ਰੇਮੀ ਹੋਏ ਸੱਚੇ ਪਾਤਸ਼ਾਹ ਦੇ, 10ਵੇਂ ਪਾਤਸ਼ਾਹ ਦੇ ਵੇਲੇ ਦੇ ਸਿੱਖ ਹੋਏ ਨੇ। ਔਰ ਅੰਮ੍ਰਿਤ ਛਕਣ ਤੋਂ ਬਾਅਦ ਵੀ ਨਾ ਇਹਨਾਂ ਨੂੰ ਸੱਚੇ ਪਾਤਸ਼ਾਹ ਨੇ ਮਜਬੂਰ ਨਹੀਂ ਕੀਤਾ ਕਿ ਜ਼ਰੂਰ ਅੰਮ੍ਰਿਤ ਛਕ ਕਰ, ਨਹੀਂ ਤੇ ਨਿਕਲ ਜਾ। ਇਸ ਕਰਕੇ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਸਿੱਖ ਹੋ ਸਕਦਾ। ਅੰਮ੍ਰਿਤ ਛਕ ਕੇ ਅਸੀਂ ਸਿੰਘ ਬਣਦੇ ਹਾਂ, ਖਾਲਸਾ ਬਣਦੇ ਹਾਂ, ਪਰ ਸਿੱਖ ਤਾਂ ਕੋਈ ਵੀ ਹੋ ਸਕਦਾ। ਅੱਛਾ, 10ਵੇਂ ਪਾਤਸ਼ਾਹ ਦੇ ਸਿੱਖ ਪੀਰ ਬੁੱਧੂ ਸ਼ਾਹ ਵੀ ਸੀਗੇ, ਗਨੀ ਖਾਨ ਨਬੀ ਖਾਨ ਵੀ ਸੀ, ਜਿਹੜੇ ਗੋਲੀਆਂ ਵਰਦੀਆਂ ਤੋਂ ਸੱਚੇ ਪਾਤਸ਼ਾਹ ਨੂੰ ਚੁੱਕ ਕੇ ਲੈ ਕੇ ਗਏ। ਉਦੋਂ ਕੋ ਪਤਾ ਥੋੜਾ ਕੀ ਬਣਨਾ ਹੈਗਾ ਜਦੋਂ ਚੁੱਕ ਕੇ ਲੈ ਕੇ ਗਏ। ਅਸੀਂ ਆਖੀਏ ਤੂੰ ਸਿੱਖ ਹੀ ਨਹੀਂ ਹੈਗਾ। ਇਹ ਤਾਂ ਸਾਡੇ ਕੱਟੜਪੰਥੀਆਂ ਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਪੰਥ ਦਾ। ਇਹ ਕਹਿ ਕੇ ਤੂੰ ਹੀ ਸਿੱਖ ਨਹੀਂ, ਤੂੰ ਹੀ ਸਿੱਖ ਨਹੀਂ, ਕਿ ਇਸ ਸਿੱਖ ਸਿਰਫ ਹੋ ਹੀ ਹੋ ਸਕਦਾ ਜਿਹਦਾ ਇਹੋ ਜਿਹੇ ਸਰੂਪ ਹੋਵੇ, 5 ਕਕਾਰ ਹੋਣ। ਉਹ ਅੰਮ੍ਰਿਤਧਾਰੀ ਖਾਲਸੇ ਵਾਸਤੇ ਕਹਿ ਸਕਦੇ ਹਾਂ, ਪਰ ਸਿੱਖ ਤਾਂ ਕੋਈ ਵੀ ਹੋ ਸਕਦਾ ਜਿਹੜਾ ਸਤਿਗੁਰੂ ਨਾਨਕ ਦੇਵ ਜੀ ਉੱਤੇ ਸ਼ਰਧਾ ਰੱਖਦਾ। ਉਹ ਹਰ ਪ੍ਰਾਣੀ ਸਿੱਖ ਹੈ, ਹਰ ਪ੍ਰਾਣੀ ਸਿੱਖ ਹੈ, ਸਿਰਫ ਮਨੁੱਖ ਨਹੀਂ। ਜਿਸ ਸੱਪ ਨੇ ਛਾਂ ਕੀਤੀ ਸੱਚੇ ਪਾਤਸ਼ਾਹ ਦੇ ਸੀਸ ਤੇ, ਜਿਸ ਕਰਾਮਾਤ ਨੂੰ ਵੇਖ ਕੇ ਰਾਏਬਲਾਰ ਸੇਵਕ ਬਣਿਆ, ਉਹ ਵੀ ਤਾਂ ਸਿੱਖ ਸੀਗਾ। ਉਹ ਸੱਪ ਸਿੱਖ ਨਹੀਂ ਹੋ ਸਕਦਾ? ਉਹ ਕਿਉਂ ਨਹੀਂ ਹੋ ਸਕਦਾ? ਔਰ ਰਾਏਬਲਾਰ ਮੁਸਲਮਾਨ ਇੱਕ ਰਾਜਾ ਸੀ, ਉਹ ਕੋਈ ਛੋਟੀ ਜਿਹੀ ਚੀਜ਼ ਨਹੀਂ ਸੀ ਹੈਗਾ। ਤੇ ਮੁਸਲਮਾਨ ਕੀ, ਤੇ ਉਹ ਆਪਣੇ ਨੌਕਰ ਕਾਲੂ ਮਹਿਤਾ ਦੇ ਮੁੰਡੇ ਨੂੰ ਉਹ ਮੱਥਾ ਕਿਵੇਂ ਟੇਕੀ ਜਾਵੇ ਬਈ? 10 ਸਾਲ ਦੇ ਨੂੰ ਉਹਨੂੰ ਉਹਦੇ ਵਿੱਚ ਪ੍ਰਭੂ ਰੂਪ ਦਿਸਿਆ ਸੀ, ਤਾਂ ਟੇਕਦਾ ਸੀ ਮੱਥਾ, ਐਵੇਂ ਨਹੀਂ ਸੀ ਟੇਕਦਾ। ਸੋ ਭਾਵ ਇਹ ਹੈਗਾ ਸਿੱਖੀ ਦੇ ਵਿੱਚ ਤਾਂ ਬਹੁਤ ਸਾਰੀਆਂ ਸੰਪਰਦਾਵਾਂ ਨੇ। ਮੈਂ ਇੱਕ ਲੇਖ ਲਿਖਿਆ ਕਿ ਸਿੱਖ ਕੌਣ ਹੈ ਤੇ ਕਿਹਨਾਂ ਨੂੰ ਮਿਲਾ ਕੇ ਸਿੱਖ ਪੰਥ ਬਣਦਾ ਹੈ। ਉਹ ਸਾਡੀ -sikhs.com ਵੈਬਸਾਈਟ ਤੇ ਵੀ ਹੈਗਾ, ਸਾਡੇ ਫੇਸਬੁੱਕ ਦੇ ਪੇਜ ਤੇ ਵੀ ਹੈਗਾ, ਤੇ ਬੜੇ ਅਖਬਾਰਾਂ ਚ। ਉਹਦੇ ਵਿੱਚ ਮੈਂ ਸਿੱਧ ਕੀਤਾ ਜੀ ਕਿ ਸਿੱਖ ਤੇ ਜਿਹੜਾ ਗੁਰੂ ਜੀ ਤੇ ਸ਼ਰਧਾ ਰੱਖਦਾ ਉਹ ਸਿੱਖ। ਬਿਲਕੁਲ। ਸਿੱਖ ਪੰਥ ਨੂੰ ਵਧਾਉਣਾ ਚਾਹੁੰਦਾ, ਗੁਰੂ ਜੀ ਉੱਤੇ ਸ਼ਰਧਾ, ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਸ਼ਰਧਾ ਬਣਾਉਣੀ ਚਾਹੁੰਦਾ। ਅੱਗੋਂ ਜਿੰਨਿਆਂ ਨੂੰ ਕੋਈ ਮੰਨੇ ਉਹ ਵੱਖਰੀ ਗੱਲ ਹੈ। ਦੇਖੋ ਮੁਸਲਮਾਨ ਵੀਰ ਬਹੁਤ ਸਾਰੇ, ਉਹ ਬਾਬਾ ਨਾਨਕ, ਪੀਰ ਨਾਨਕ ਆ ਕੇ ਸ਼ਰਧਾ ਰੱਖਦੇ। ਸੱਚੇ ਪਾਤਸ਼ਾਹ ਦੀ ਕਰਤਾਰਪੁਰ ਵਿੱਚ ਕਬਰ ਬਣੀ ਹੋਈ ਹੈ, ਉਹਦੀ ਪੂਜਾ ਹੁੰਦੀ ਹੈ ਨਾ, ਉਹ ਮੰਨਦੇ ਤਾਂ ਹੀ ਹੈ। ਔਰ ਸਾਡੇ ਜਿਹੜੇ ਕੱਟੜਪੰਥੀ ਨੇ, ਮੇਰੇ ਵਰਗੇ, ਮੈਂ ਵੀ ਵਿੱਚ ਹੀ ਹਾਂ, ਅਸੀਂ ਸਿੱਖ ਪੰਥ ਘਟਾਇਆ। ਸਾਨੂੰ, ਮੈਨੂੰ ਨਹੀਂ ਸਮਝ ਆਈ ਕਿ ਸਾਨੂੰ ਕਿਹੜੇ ਗੁਰੂ ਨੇ ਇਹ ਸਰਟੀਫਿਕੇਟ ਦਿੱਤਾ ਸੀ ਕਿ ਤੈਨੂੰ ਹੱਕ ਹੈ ਕਿ ਤੂੰ ਆਖੀ ਜਾ ਆ ਵੀ ਸਿੱਖ ਨਹੀਂ, ਆ ਵੀ ਸਿੱਖ ਨਹੀਂ। ਇਹਨੂੰ ਨਫ਼ਰਤ ਕਰਾਂਗੇ ਤਾਂ ਕੋਈ ਨੇੜੇ ਨਹੀਂ ਆਏਗਾ, ਪੰਥ ਵਧੇਗਾ ਨਹੀਂ। ਪੰਥ ਤਾਂ ਵੱਧਦਾ ਪ੍ਰੇਮ ਨਾਲ, ਪਰ ਅਸੀਂ ਤਾਂ ਨਫ਼ਰਤ ਫੈਲਾਈ। ਸੋ ਮੈਂ ਉਹ ਸਾਰੀ ਚੀਜ਼ ਨੂੰ ਵਾਪਸ ਕਰਨ ਵਾਸਤੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਾ ਕੇ ਆਪਣੀਆਂ ਧੀਆਂ ਭੈਣਾਂ ਨੂੰ ਭੇਜਿਆ ਕਿ ਜਾਓ ਪੜ੍ਹਾਓ, ਨਾਲ ਸੱਚੇ ਪਾਤਸ਼ਾਹ ਜੀ ਦਾ ਪ੍ਰਚਾਰ ਕਰੋ, ਆਪੇ ਸ਼ਰਧਾ ਬਣੇਗੀ। ਸਾਡੇ ਝੁੱਗੀਆਂ ਝੌਂਪੜੀਆਂ ਵਿੱਚ ਜਿੱਥੇ ਬੱਚੇ ਪੜ੍ਹਦੇ ਨੇ, ਉਹਨਾਂ ਬੱਚਿਆਂ ਦੇ ਵਿੱਚ ਬਹੁਤ ਸਾਰੇ ਹਿੰਦੂ ਨੇ, ਕੁਝ ਮੁਸਲਮਾਨ ਵੀ ਹੈਗੇ ਨੇ, ਉਹ ਵੀ ਧੰਨ ਗੁਰੂ ਨਾਨਕ ਆਂਦੇ ਨੇ। ਆਪੇ ਸਿੱਖ, ਅਸੀਂ ਉਹਨਾਂ ਨੂੰ ਉਹਨਾਂ ਦੇ ਧਰਮ ਦੀ ਵੀ ਸਿੱਖਿਆ ਦਿੰਦੇ ਹਾਂ। ਮੈਂ ਉਹਨਾਂ ਨੂੰ, ਆਪਣੀਆਂ ਧੀਆਂ ਨੂੰ ਕਿਹਾ ਹੋਇਆ ਕਿ ਬੇਟਾ ਤੁਸੀਂ ਇਹਨਾਂ ਨੂੰ ਮੁਸਲਮਾਨ ਧਰਮ ਦੀ ਵੀ ਸਿੱਖਿਆ ਦਿਓ ਨਾਲ। ਔਰ ਫਿਰ ਅਸੀਂ ਗਾਇਤਰੀ ਮੰਤਰ ਪੜ੍ਹਾਉਂਦੇ ਹਾਂ, ਏਕ ਓਂਕਾਰ ਸਤਿਨਾਮ ਪੜ੍ਹਾਉਂਦੇ ਹਾਂ, ਕਿਉਂਕਿ ਏਕ ਓਂਕਾਰ ਸਤਿਨਾਮ ਮੂਲ ਮੰਤਰ ਤੇ ਗਾਇਤਰੀ ਮੰਤਰ ਦਾ ਅਰਥ ਇੱਕੋ ਹੀ ਹੈ। ਅਸੀਂ ਉਹ ਵੀ ਪੜ੍ਹਾਉਂਦੇ ਹਾਂ। ਬਹੁਤੇ ਬੱਚੇ ਹਿੰਦੂਆਂ ਚੋਂ ਨੇ, ਉਹ ਜਿਹੜਾ ਮੂਲ ਮੰਤਰ ਪੜ੍ਹਦਾ ਧੰਨ ਗੁਰੂ ਨਾਨਕ ਕਹਿੰਦਾ, ਫਤਿਹ ਬੁਲਾਉਂਦਾ, ਉਹ ਆਪੇ ਸਿੱਖ ਬਣ ਗਿਆ। ਉਹ ਸਿੱਖ ਕਿਵੇਂ ਹੁੰਦਾ? ਸਿੰਘ ਥੋੜਾ ਉਗਦੇ ਨੇ ਸਿਰ ਤੇ, ਬਾਹਰਲੇ ਸਰੂਪ ਨਹੀਂ ਹੈਗੀ। ਸਿੱਖੀ ਸ਼ਰਧਾ ਨਾਲ ਹੈ। ਲਾਮਿਆਂ ਦੇ ਵਿੱਚ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪੂਜਾ ਹੁੰਦੀ, ਉਹ ਵੀ ਤਾਂ ਸਿੱਖ ਹੈਗੇ ਨੇ। ਸੋ ਕਰਕੇ ਅਸੀਂ ਸਿੱਖ ਪੰਥ ਵੀ ਵਧਾ ਰਹੇ ਹਾਂ, ਝੁੱਗੀ ਝੌਂਪੜੀਆਂ ਜਾ ਕੇ ਪ੍ਰਚਾਰ ਕਰਕੇ। ਅਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਲੰਗਰ ਦੀ, ਉਹ ਕਿਉਂਕਿ ਸਾਡੇ ਵਿੱਚ ਸਿੱਖ ਪੰਥ ਵਿੱਚ ਇੱਕ ਪ੍ਰਥਾ ਆ ਗਈ
ਕਿਸੇ ਸਮੇਂ ਕਿਸੇ ਕਾਰਨ ਆ ਗਈ, ਉਹਦਾ ਰੂਪ ਬਦਲ ਗਿਆ ਕਿ ਅਸੀਂ ਲੰਗਰ ਦਾ ਰੂਪ ਬਦਲ ਦਿੱਤਾ। ਜੋ ਅਸਲੀ ਚਾਹੀਦਾ ਸੀ ਉਹਨੂੰ ਬਦਲ ਦਿੱਤਾ। ਲੰਗਰ ਦਾ ਮਤਲਬ ਸੀ ਲੋੜਵੰਦ ਦੀ ਲੋੜ ਪੂਰੀ ਕਰਨੀ ਅਤੇ ਭੁੱਖੇ ਨੂੰ ਰੋਟੀ ਦੇਣੀ। ਹੁਣ ਲੰਗਰ ਹੋ ਗਏ ਸਾਡੇ ਵਧੀਆ ਵਧੀਆ ਪਕਵਾਨਾਂ ਦੇ। ਗੱਲ ਮਾੜੀ ਕੋਈ ਨਹੀਂ ਕੀਤੀ, ਪਕਵਾਨ ਮਿਲਣੇ ਚਾਹੀਦੇ ਨੇ ਵਧੀਆ, ਪਰੰਤੂ ਰੱਜਿਆਂ ਨੂੰ ਰਜਾ ਕੇ ਬਿਮਾਰ ਕਰਨਾ ਉਹ ਲੰਗਰ ਨਹੀਂ ਗਾ। ਜੀ ਰੱਜਿਆਂ ਨੂੰ ਰਜਾ ਕੇ ਬਿਮਾਰ ਕਰਨਾ ਲੰਗਰ ਨਹੀਂ। ਜੀ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਜਾਂ ਵੱਡੇ ਗੁਰਦੁਆਰਿਆਂ ਦੇ ਵਿੱਚ ਬਹੁਤ ਕੀਮਤੀ ਪਦਾਰਥਾਂ ਦੇ ਵਧੀਆ ਵਧੀਆ ਲੰਗਰ ਲੱਗਦੇ। ਬਹੁਤ ਖੁਸ਼ੀ ਦੀ ਗੱਲ ਹੈ ਨਾ। ਲੰਗਰ ਦੀ ਸ਼ੋਭਾ ਹੋਣੀ ਚਾਹੀਦੀ, ਪਦਾਰਥ ਵਧੀਆ ਹੋਣੇ ਚਾਹੀਦੇ ਨੇ, ਪਰੰਤੂ ਜਿਹੜੇ ਸਾਡੇ ਸਿੱਖ ਭੈਣ ਭਰਾ, ਅੰਮ੍ਰਿਤਧਾਰੀ ਸਿੰਘ ਭੈਣ ਭਰਾ, ਜਿਹਦੇ ਕੋ ਆਪਣੀ ਝੁੱਗੀ ਤੇ ਪਾਉਣ ਨੂੰ ਤਰਪਾਲ ਨਹੀਂ ਹੈਗੀ, ਉਹਨੂੰ ਨਹੀਂ 10 ਲੱਖ ਦਾ ਜਲੇਬੀਆਂ ਦਾ ਲੰਗਰ ਕਰਾ ਦੇਣਗੇ। ਜਿਹੜੀ ਸਾਡੀ ਛੋਟੀ ਜੀ ਬੱਚੀ, ਉਸੇ ਝੁੱਗੀ 'ਚ ਰਹਿਣ ਵਾਲੇ ਪਰਿਵਾਰ ਦੀ ਇੱਕ ਬੱਚੀ ਕੋ ਸਕੂਲ ਜਾਣ ਜੋਗੇ ਪੈਸੇ ਨਹੀਂ, ਤਨ ਤੇ ਪਾਉਣ ਨੂੰ ਕੱਪੜੇ ਨਹੀਂ ਗੇ, ਉਹਦੇ ਵਾਸਤੇ ਪੈਸੇ ਨਹੀਂ ਹੈਗੇ, ਉਹ ਵਿਚਾਰੀਆਂ ਬੱਚੀਆਂ ਸਾਡੀਆਂ ਕਿਵੇਂ ਪੜ੍ਹਨਗੀਆਂ? ਮੈਂ ਇਸ ਕਰਕੇ ਕਿਹਾ ਸੀ ਕਿ ਜਿਸ ਗੁਰੂ ਦੇ ਸਿੱਖ ਹਾਂ, ਸਤਿਗੁਰੂ ਨਾਨਕ ਸੱਚੇ ਪਾਤਸ਼ਾਹ, ਉਹ ਤਾਂ ਰਹਿੰਦੇ ਨੇ ਲਾਲੋ ਦੀ ਝੁੱਗੀ ਵਿੱਚ ਜਾ ਕੇ। ਸੱਚੇ ਪਾਤਸ਼ਾਹ ਇਹ ਨਹੀਂ ਬਚਨ ਕਰਦੇ ਕਿ ਮੈਨੂੰ ਸੋਨੇ ਦਾ ਮਹੱਲ ਚਾਹੀਦਾ, ਨਹੀਂ ਤਾਂ ਘਾਟਾ ਥੋੜਾ ਸੀ ਕੋਈ। ਉਹ ਲਾਲੋ ਦੀ ਝੁੱਗੀ 'ਚ ਰਹਿੰਦੇ ਨੇ ਤੇ ਕੋਧਰੇ ਦੀ ਰੋਟੀ ਖਾ ਕੇ ਵੀ ਖੁਸ਼ੀਆਂ ਦਿੰਦੇ ਨੇ। ਭਾਵ ਇਹ ਹੈਗਾ ਕਿ ਉਹ ਗਰੀਬ ਸਿੱਖ ਕੋਲ ਕਣਕ ਵੀ ਨਹੀਂ ਸੀ ਹੈਗੀ ਤੇ ਕੋਧਰਾ ਬੜਾ ਉਸ ਵੇਲੇ ਇੱਕ ਸਸਤੀ ਜੀ ਚੀਜ਼ ਸੀ, ਜੋ ਉਹਨੂੰ ਵਿਚਾਰੇ ਨੂੰ ਮਿਲਦਾ ਸੀ ਉਹ ਲਿਆ ਕੇ ਉਹਦੀ ਰੋਟੀ ਪਕਾਈ। ਗੁਰੂ ਸਾਡਾ ਤਾਂ ਉਹਦੇ ਨਾਲ ਖੁਸ਼ੀਆਂ ਦਿੰਦਾ। ਅਸੀਂ ਆਨੇ ਕਿ ਜਲੇਬੀ 10 ਲੱਖ ਨਾਲ ਲਾਈਏ ਤਾਂ ਲੰਗਰ ਹੋ ਹੀ ਨਹੀਂ ਸਕਦਾ ਉਦੋਂ ਬਿਨਾਂ। ਦੂਸਰੀ ਗੱਲ, ਅਸੀਂ ਆਨੇ ਵੀ ਜਿੰਨਾ ਚਿਰ ਅਸੀਂ ਹਰਿਮੰਦਰ ਸਾਹਿਬ ਸੋਨਾ ਨਾ ਚੜਾਈਏ ਮੇਰੀ ਮੰਨਤਾ ਹੀ ਨਹੀਂ ਪੂਰੀ ਹੁੰਦੀ, ਕਿਉਂਕਿ ਮੈਨੂੰ ਗਰੀਬ ਸਿੱਖ ਸਤਿਗੁਰੂ ਨਾਨਕ ਪਾਤਸ਼ਾਹ ਦਿਸਦੇ ਹੀ ਨਹੀਂ। ਮੈਨੂੰ ਤੇ ਹਰਿਮੰਦਰ ਸਾਹਿਬ ਦੇ ਸੋਨਿਆਂ 'ਚ ਹੀ ਗੁਰੂ ਨਾਨਕ ਪਾਤਸ਼ਾਹ ਦਿਸਦੇ ਨੇ, ਥੱਲੇ ਨਹੀਂ ਦਿਸਦੇ ਉਦੋਂ। ਤੇ ਗੁਰਬਾਣੀ 'ਚ ਤਾਂ ਹੁਕਮ ਹੈਗਾ ਗੁਰੂ ਸਿੱਖ, ਸਿੱਖ ਗੁਰੂ ਹੈ ਏਕੋ, ਸਿੱਖ ਵਿੱਚ ਗੁਰੂ ਦਾ ਰੂਪ ਵੇਖੋ। ਸੋ ਲੰਗਰ ਤੋਂ ਭਾਵ ਹੈ ਕਿ ਲੋੜਵੰਦ ਦੀ ਲੋੜ ਪੂਰੀ ਕਰਨੀ, ਅਤੇ ਦੂਸਰਾ ਮੇਰੀ ਬਹੁਤ ਵੱਡੀ ਇਹ ਭਾਵਨਾ ਹੈਗੀ ਹੈ ਕਿ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਪੰਥ ਵਧਣਾ ਚਾਹੀਦਾ, ਸਾਰੇ ਸੰਸਾਰ 'ਚ ਸਿੱਖ ਪੰਥ ਵਧਣਾ ਚਾਹੀਦਾ। ਤੇ ਉਹਦੇ ਬਾਅਦ ਹੁਣ ਸਾਡੇ ਤੋਂ ਵਧਣਾ ਤਾਂ ਕੀ, ਅਸੀਂ ਤਾਂ ਘਟੀ ਜਾਂਦੇ, ਆਪਣੇ ਨੂੰ ਸਾਂਭਦੇ ਹੀ ਨਹੀਂ। ਇਸ ਕਰਕੇ ਮੈਂ ਕਿਹਾ ਸੀਗਾ ਜੀ, ਮੇਰੀਆਂ ਕਈ ਵੀਡੀਓ ਨੇ, ਸ਼ਾਇਦ ਕਿਸੇ ਸੁਣੀਆਂ ਨੇ ਕਿ ਨਹੀਂ, ਕਿ ਜਿਹਦੇ 'ਚ ਮੈਂ ਪ੍ਰਤੱਖ ਰੂਪ ਵਿੱਚ ਕੀਮਤੀ ਚੰਦੋਏ ਉਹਨਾਂ ਦੀ ਵਿਰੋਧਤਾ ਕੀਤੀ ਹੈ, ਸੋਨਾ ਲਾਉਣ ਦੀ ਵਿਰੋਧਤਾ ਕੀਤੀ ਹੈ, ਕੀਮਤੀ ਰੁਮਾਲਿਆਂ ਦੀ ਵਿਰੋਧਤਾ ਕੀਤੀ ਹੈ, ਕੀਮਤੀ ਲੰਗਰਾਂ ਦੀ ਵਿਰੋਧਤਾ ਕੀਤੀ ਹੈ, ਅਤੇ ਕਿਸੇ ਵੀ ਕਿਸਮ ਕਿ ਮਹਿੰਗੇ ਨਗਰ ਕੀਰਤਨਾਂ ਵੱਡਿਆਂ ਦੀ ਵਿਰੋਧਤਾ ਕੀਤੀ ਹੈ। ਕਿਸ ਕਰਕੇ ਕਿ ਸਾਰੀਆਂ ਚੀਜ਼ਾਂ ਦਾ ਕੋਈ ਬਹੁਤਾ ਵੱਡਾ ਲਾਭ ਨਹੀਂ ਗਾ, ਤੇ ਬਹੁਤ ਖਰਚ ਚੀਜ਼ਾਂ ਤੇ ਹੁੰਦਾ। ਉਹ ਹਟਾ ਕੇ ਉਹ ਗਰੀਬ ਸਿੱਖਾਂ ਨੂੰ ਉਹ ਦਿੱਤਾ ਜਾਵੇ, ਵਿਸ਼ੇਸ਼ ਰੂਪ ਦੇ ਵਿੱਚ ਆਪਣੀਆਂ ਧੀਆਂ ਨੂੰ ਪੜ੍ਹਾਇਆ ਜਾਵੇ। ਆਪਣੀਆਂ ਧੀਆਂ ਜਿੰਨੀਆਂ ਪੰਥ ਦੀਆਂ ਧੀਆਂ ਨੇ ਸਾਡੀਆਂ ਹੀ ਧੀਆਂ ਨੇ ਸਾਰੀਆਂ। ਇਸ ਕਰਕੇ ਮੈਂ ਕੀਤੀ ਸੀ ਸਿੱਖ ਪੰਥ ਨੂੰ ਕਿ 5.5 ਲੱਖ ਲੜਕੀਆਂ ਨੂੰ ਪੜ੍ਹਾ ਦਿਓ। ਉਹ ਕਿਸੇ ਨੇ ਕਿੰਨੀ ਕੁ ਮੰਨੀ, ਕਿਉਂਕਿ ਮੇਰੀ ਸਮਰੱਥਾ ਤਾਂ ਉਨੀ ਜ਼ਿਆਦਾ ਨਹੀਂ ਹੈਗੀ ਨਾ, ਜਿੰਨੀ ਕੁ ਹੈਗੀ ਮੈਂ ਤਾਂ ਉਹਨਾਂ ਕੀ ਕੰਮ ਕਰਦਾ, ਪਰ ਕਿਸੇ ਵੱਡੀ ਸੰਸਥਾ ਨੇ ਮੇਰੀ ਬੇਨਤੀ ਵੱਲ ਧਿਆਨ ਦਿੱਤਾ ਹੋਵੇ, ਮੇਰੇ ਗਿਆਨ 'ਚ ਨਹੀਂ ਹੈਗਾ। ਜੀ ਜਿਵੇਂ ਆਪ ਜੀ ਔਰਤ ਸਸ਼ਕਤੀਕਰਨ ਦੀ ਗੱਲ ਕਰਦੇ ਹੋ, ਸਿਰਫ ਗੱਲ ਹੀ ਨਹੀਂ ਕਰਦੇ ਆਪ ਜੀ, ਆਪਣੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਮੋਢੀ ਦੇ ਤੌਰ ਤੇ ਜ਼ਿੰਮੇਵਾਰੀ ਦਿੰਦੇ ਹੋ, ਤੇ ਉਹ ਸਾਰੇ ਜਿਹੜੇ ਇੱਕ ਵਧੀਆ ਅਹਿਮ ਜ਼ਿੰਮੇਵਾਰੀ ਦੇ ਨਾਲ ਆਪਣੇ ਜਿਹੜੇ ਕਾਰਜ ਸੰਪੂਰਨ ਕਰਦੀਆਂ ਨੇ, ਤੇ ਆਪ ਜੀ ਦੇ ਇਸ ਬਾਰੇ ਕੀ ਵਿਚਾਰ ਨੇ ਜੀ?
ਇਸ ਤਰ੍ਹਾਂ ਜੀ ਕਿ ਮੇਰੇ ਵਿਚਾਰ ਇਹ ਨੇ ਕਿ ਇਸਤਰੀ ਇੱਕ ਆਪਣੇ ਆਪ ਦੇ ਵਿੱਚ ਸੰਪੂਰਨ ਮਾਨਵ ਹੈ, ਜਿਹਦੇ ਵਿੱਚ ਐਸੀ ਜੀ ਕੋਈ ਕਮੀ ਨਹੀਂ। ਜਿਹੜੀ ਗੱਲ ਇਹ ਕਹੀ ਜਾਂਦੀ ਹੈ ਕਿ ਇਸਤਰੀ ਗੁੱਤ ਪਿੱਛੇ ਅਕਲ ਹੁੰਦੀ ਹੈ, ਗੁੱਤ ਪਿੱਛੇ ਮੱਤ ਹੁੰਦੀ ਹੈ, ਇਸਤਰੀ ਪੈਰ ਦੀ ਜੁੱਤੀ ਹੈ, ਮੈਂ ਉਸ ਗੱਲ 'ਚ ਜੀ ਵਿਸ਼ਵਾਸ ਨਹੀਂ ਕਰਦਾ। ਮੈਂ ਕਹਿੰਦਾ ਕਿ ਉਹ ਗੱਲਾਂ ਗਲਤ ਨੇ, ਐਸੀ ਗੱਲ ਨਾ ਕਹੋ ਤੇ ਨਾ ਸਮਝੋ। ਮੈਂ ਆਪਣੇ ਜੀ ਭਾਸ਼ਣਾਂ ਵਿੱਚ ਸੰਗਤ ਨੂੰ ਬਹੁਤ ਜ਼ੋਰ ਨਾਲ ਵੀ ਪ੍ਰੇਰਨਾ ਦਿੱਤੀ ਹੈ ਕਿ ਇਸਤਰੀਆਂ ਤੇ ਹੱਥ ਨਹੀਂ ਚੁੱਕਣਾ ਔਰ ਉਹਨਾਂ ਨੂੰ ਸਤਿਕਾਰ ਦੇਣਾ ਹੈ। ਇਹਦੇ ਜੀ ਨਾਲ ਨਾਲ ਇੱਕ ਦੋ ਹੋਰ ਗੱਲਾਂ ਮੈਂ ਸਪਸ਼ਟ ਕਰ ਦੇਵਾਂ। ਜਿਵੇਂ ਤੁਸੀਂ ਕਿਹਾ ਸੀ ਕਿ ਹੁਣ ਸਮੇਂ ਦੀ ਸੀਮਾ ਨਹੀਂ ਹੈਗੀ, ਤੇ ਦੇਖੋ ਦਿਲਬਾਗ, ਦੂਸਰੀ ਜੀ ਗੱਲ ਮੈਂ ਇਹਦੇ ਨਾਲ ਹੀ ਜਿਹੜੀ ਦੂਸਰਾ ਪੱਖ ਇਹ ਹੈਗਾ ਕਿ ਮੈਂ ਇਹ ਕਹਿਣਾ ਕਿ ਇਸਤਰੀ ਤੇ ਪੁਰਸ਼ ਬਰਾਬਰ ਨਹੀਂ ਹੋ ਸਕਦੇ। ਇਹ ਜੀ ਸ਼ਬਦਾਵਲੀ ਗਲਤ ਹੈ। ਇਸਤਰੀ ਨੂੰ ਮਿੱਠੀ ਚੀਜ਼, ਇਸਤਰੀ ਨੂੰ ਵੱਧ ਤੋਂ ਵੱਧ ਸਤਿਕਾਰ ਮਿਲਣਾ ਚਾਹੀਦਾ, ਪੂਰਨ ਸਤਿਕਾਰ ਜੀ ਮਿਲੇ, ਉਹਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ ਅੱਗੇ ਆਉਣ ਦੇ। ਜੀ ਪਰੰਤੂ ਬਰਾਬਰਤਾ ਜਦੋਂ ਪ੍ਰਕਿਰਤੀ ਨੇ ਬਣਾਈ ਨਹੀਂ ਗਈ ਤਾਂ ਕਿਵੇਂ ਹੋ ਸਕਦੀ ਹੈ? ਇਸ ਕਰਕੇ ਹੁਣ ਪੁਰਸ਼ ਬੱਚੇ ਨੂੰ ਜਨਮ ਨਹੀਂ ਦੇ ਸਕਦਾ ਨਾ, ਦੁੱਧ ਨਹੀਂ ਪਿਆ ਸਕਦਾ, ਤੇ ਬਰਾਬਰਤਾ ਕਿਵੇਂ ਹੋ ਗਈ? ਪੁਰਸ਼ ਦਾ ਜੀ ਸਰੀਰ ਪ੍ਰਕਿਰਤੀ ਨੇ ਲੰਬਾ ਉੱਚਾ ਮੋਟਾ ਬਣਾਇਆ, ਸਿਰਫ ਪੁਰਸ਼ ਦਾ ਨਹੀਂ। ਤੁਸੀਂ ਬਾਕੀ ਜੀਵ ਜਾਤੀਆਂ 'ਚ ਵੀ ਵੇਖੋ, ਬਹੁਤੇ ਜਿਹੜੇ ਜਾਤੀਆਂ ਪ੍ਰਜਾਤੀਆਂ ਨੇ ਉਹਨਾਂ ਦੇ ਵਿੱਚ ਨਰ ਦਾ ਸਰੀਰ ਜਿਹੜਾ ਹੈ ਉਹ ਜ਼ਿਆਦਾ ਮੋਟਾ ਤਾਜ਼ਾ ਭਾਰਾ ਹੈਗਾ ਔਰ ਲੰਬਾ ਵੀ ਹੁੰਦਾ। ਇਹ ਉੱਥੇ ਅਸੀਂ ਨਹੀਂ, ਮੈਂ ਤੇ ਇਤਨਾ ਹੀ ਕਰਨਾ। ਹੁਣ ਫਿਰ ਪੁਰਸ਼ ਬੱਚੇ ਨੂੰ ਜਨਮ ਦੇਣਾ ਸ਼ੁਰੂ ਕਰ ਦੇਣਗੇ। ਇਸ ਕਰਕੇ ਬਰਾਬਰਤਾ ਦਾ ਕੋਈ ਮਤਲਬ ਨਹੀਂਗਾ। ਵੱਧ ਤੋਂ ਵੱਧ ਉਹਨਾਂ ਨੂੰ ਮੌਕੇ ਦਿੱਤੇ ਜਾਣ, ਇਸਤਰੀ ਨੂੰ ਸਤਿਕਾਰ ਦਿੱਤਾ ਜਾਵੇ, ਹਰ ਥਾਂ ਵਿੱਚ ਅੱਗੇ ਵਧਾਇਆ ਜਾਵੇ। ਅੱਛਾ, ਉਹਦੇ ਵਿੱਚ ਇਹ ਮੇਰੇ ਕਹਿਣ ਨਾਲ ਸਾਡੇ ਨਾਮਧਾਰੀਆਂ ਵਿੱਚ ਬਹੁਤ ਸਾਰਾ ਨਾਲੋਂ ਫਰਕ ਪਿਆ। ਔਰ ਕਈਆਂ ਲੋਕਾਂ ਨੇ ਤਾਂ ਆਪ ਮੈਨੂੰ ਕਹਿਣਾ ਸ਼ੁਰੂ ਕੀਤਾ ਵੀ ਤੇਰੀਆਂ ਗੱਲਾਂ ਸੁਣ ਕੇ, ਤੇਰੇ ਹੁਕਮ ਕਰਕੇ ਅਸੀਂ ਆਪਣੇ ਘਰ ਵਾਲੀ ਤੇ ਹੱਥ ਨਹੀਂ ਚੁੱਕਦੇ। ਜੀ ਸਾਹਮਣੇ ਆਈਆਂ ਨੇ, ਸਾਰੇ ਤਾਂ ਨਹੀਂ ਦੱਸਦੇ ਨਾ। ਜੀ ਔਰ ਸੋ ਇਹਦੇ ਨਾਲ ਹੀ ਜਿੱਥੇ ਮੈਂ ਇਹ ਕਹਿਣਾ, ਪੁਰਸ਼ਾਂ ਨੂੰ ਮੈਂ ਬਹੁਤ ਸਪਸ਼ਟ ਸ਼ਬਦਾਂ 'ਚ ਕਹਿਣਾ ਕਿ ਇਸਤਰੀ ਨੂੰ ਕਦੀ ਮਾੜਾ ਨਾ ਕਹੋ, ਹੱਥ ਨਾ ਚੁੱਕੋ। ਜਿਹੜੀ ਵੀ ਗੱਲ ਹੈਗੀ ਹੈ ਆਪਸ ਵਿੱਚ ਪ੍ਰੇਮ ਨਾਲ ਮੁਕਾਉਣ ਦੀ ਕੋਸ਼ਿਸ਼ ਕਰੋ, ਝਗੜੇ ਨਾ ਕਰੋ, ਤਾਨੇ ਮੇਣੇ ਨਹੀਂ ਦੇਣੇ। ਪਰੰਤੂ ਮੈਂ ਇਸਤਰੀਆਂ ਨੂੰ ਵੀ ਇਹ ਕਹਿਣਾ ਕਿ ਤੁਸੀਂ ਕੁੱਟ ਖਾਣ ਦੀ ਥਾਂ ਨਾ ਬਣਾਓ। ਜੀ ਬਿਲਕੁਲ ਸਰੀਰਕ ਤੌਰ ਤੇ ਜ਼ਿਆਦਾ ਬਲਵਾਨ ਹੈਗਾ ਤੇ ਉਹ ਕੁੱਟ ਸਕਦਾ, ਜੀ ਕਿਉਂ ਇਹ ਜਿਹੜਾ ਇਸਤਰੀ ਨੂੰ ਕੁੱਟਣ ਦੀ ਗੱਲ ਹੈ ਨਾ, ਇਹ ਸਿਰਫ ਭਾਰਤ ਵਿੱਚ ਹੀ ਨਹੀਂ, ਇਹ ਸਾਰੇ ਸੰਸਾਰ 'ਚ ਇਹੋ ਹਾਲ ਹੈ। ਜਿਹੜੇ ਵਧੀਆ ਤੋਂ ਵਧੀਆ ਦੇਸ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜੀ ਕਿ ਉੱਥੇ ਦਾ ਅਸੀਂ ਸਮਝਦੇ ਹਾਂ ਸਭ ਕੁਝ ਠੀਕ ਹੈ, ਉੱਥੇ ਵੀ ਇਹੋ ਹੀ ਹਾਲ ਹੈ। ਕਿਉਂਕਿ ਪੁਰਸ਼ ਸੋਚ, ਇੱਕ ਨਰ ਸੋਚ ਐਸੀ ਹੈਗੀ ਹੈ, ਪੁਰਸ਼ ਪ੍ਰਧਾਨ ਸਮਾਜ ਹੈ। ਸੋ ਮੈਂ ਇਸਤਰੀਆਂ ਨੂੰ ਵੀ ਇਹ ਕਹਿਣਾ ਕਿ ਤੁਸੀਂ ਕੁੱਟ ਖਾਣ ਦੀ ਥਾਂ ਨਾ ਬਣਾਓ, ਬਿਨਾਂ ਮਤਲਬੋਂ ਅੜੀਆਂ ਕਰਨਾ, ਆਖੇ ਨਾ ਲੱਗਣਾ। ਹਾਂ, ਦੂਸਰੀ ਗੱਲ ਜਿਹੜੀ ਹੈਗੀ ਹੈ, ਇਸਤਰੀ ਨੂੰ ਮੈਂ ਇਹ ਮੰਨਦਾ ਕਿ ਇਸਤਰੀ ਇੱਕ ਸੰਪੂਰਨ ਮਾਨਵ ਹੈ, ਤੇ ਸੰਪੂਰਨ ਮਾਨਵ ਦੇ ਵਿੱਚ ਜਿਸ ਤਰ੍ਹਾਂ ਪੁਰਸ਼ ਦਾ ਦਿਮਾਗ ਬਹੁਤ ਤੀਖਣ ਹੋ ਸਕਦਾ ਹੈ, ਇਸੇ ਤਰ੍ਹਾਂ ਹੀ ਇਸਤਰੀ ਦਾ ਵੀ ਹੋ ਸਕਦਾ। ਇਹ ਨਹੀਂ ਕਿ ਸਿਰਫ ਨਰ ਦਾ ਹੋ ਸਕਦਾ, ਮਾਦਾ ਦਾ ਨਹੀਂ ਹੋ ਸਕਦਾ। ਜੇ ਉਹਨੂੰ ਅਸੀਂ ਵਧੀਆ ਤੋਂ ਵਧੀਆ ਮੌਕੇ ਦੇਵਾਂਗੇ ਤਾਂ ਉਹ ਕਿਸੇ ਵੀ ਥਾਂ ਤੇ ਅੱਗੇ ਵੱਧ ਸਕਦੀ ਹੈ। ਉਹਦੇ ਮੈਂ ਕੁਝ ਪ੍ਰਮਾਣ ਦਿੰਦਾ। ਕਲਪਨਾ ਚਾਵਲਾ ਸਾਡੀ ਕੁੜੀ ਸੀ ਨਾ, ਜੀ ਹਰਿਆਣੇ ਦੀ ਸੀ, ਹੈਗੀ ਤੇ ਸਾਡੀ ਪੰਜਾਬਣ ਕੁੜੀ ਸੀਗੀ, ਉਹ ਨਾਸਾ ਦੇ ਵਿੱਚ ਜਾ ਸਕਦੀ ਹੈ ਨਾ।
ਇਸੇ ਤਰ੍ਹਾਂ ਬਾਹਰਲੇ ਦੇਸ਼ਾਂ ਦੀਆਂ ਵੀ ਜਨਾਨੀਆਂ ਜਾਂਦੀਆਂ ਨੇ। ਜੇ ਉਹਨਾਂ ਦਾ ਦਿਮਾਗ ਕੰਮ ਕਰਦਾ ਤੇ ਦੂਜੀਆਂ ਝੁੱਗੀਆਂ ਵਾਲੀਆਂ ਦਾ ਕਿਉਂ ਨਹੀਂ ਕਰ ਸਕਦਾ? ਉਹ ਵਿਚਾਰੀਆਂ ਨੂੰ ਅਸੀਂ ਜਿਹੜਾ ਪੜ੍ਹਨ ਨਹੀਂ ਦਿੱਤਾ, ਦਿਮਾਗ ਕਿੱਥੋਂ ਕੰਮ ਕਰੇਗਾ ਫਿਰ? ਅੱਛਾ, ਇਸੇ ਤਰ੍ਹਾਂ ਤੁਸੀਂ ਆ ਜਾਓ श्रीमती इंदिरा गांधी, श्रीमती भंडार नायके लंका दी राष्ट्रपति, सुकरण पुत्री इंडोनेशिया दी राष्ट्रपति, इस तरह करके ਜਿਹੜੀਆਂ ਨੇ ਉਹਦੀ ਜਰਮਨੀ ਦੀ ਮਰਕਲ ਕਰਕੇ ਉਹਨਾਂ ਦਾ ਨਾਮ ਹੈ, ਉਹ ਉੱਥੋਂ ਦੀ ਰਾਸ਼ਟਰਪਤੀ ਹੈ। ਇਸ ਤਰ੍ਹਾਂ ਕਰਕੇ ਮਤਲਬ ਇਸਤਰੀਆਂ, ਜੇ ਉਹ ਇਸਤਰੀਆਂ ਇਹਨਾਂ ਖੇਤਰਾਂ ਵਿੱਚ ਅੱਗੇ ਆ ਸਕਦੀਆਂ ਨੇ, ਇੰਨੀਆਂ ਵਿਦਵਾਨ ਬਲਸ਼ਾਲੀ ਹੋ ਸਕਦੀਆਂ ਨੇ, ਤਾਂ ਬਾਕੀ ਕਿਉਂ ਨਹੀਂ ਹੋ ਸਕਦੀਆਂ? ਅੱਛਾ, ਫਿਰ ਆਪਾਂ ਹੁਣ ਪਿੱਛੇ ਚੱਲੀਏ। ਸਾਡੇ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਹੀ ਮੈਂ ਗੱਲ ਕਰਾਂ, ਲక్ష్ਮੀ ਰਾਣੀ ਝਾਂਸੀ ਲక్ష్ਮੀ ਬਾਈ, ਉਹ ਕੀ ਹੈਗੀ ਸੀ? ਫਿਰ ਜਿਹੜੀ ਰਾਜਾ ਰਤਨ ਸਿੰਘ ਦੇ ਘਰ ਵਾਲੀ ਸੀ, ਜਿਹਨੇ ਚਿਤੌੜ ਦੇ ਕਿਲੇ ਦੇ ਵਿੱਚ ਜਿਹੜੀ ਲੜੀ ਹੈਗੀ ਹੈ, ਉਹ ਕੀ ਹੈਗੀ ਸੀ? ਇਹ ਵੀ ਤੇ ਇੱਕ ਇਸਤਰੀਆਂ ਹੀ ਸਨ ਨਾ। ਅੱਛਾ, ਉਸ ਤੋਂ ਪਿੱਛੇ ਆਪਾਂ ਪੁਰਾਤਨ ਕਹਾਣੀਆਂ ਸੁਣੀਏ ਤਾਂ ਪੁਰਾਤਨ ਕਹਾਣੀਆਂ ਦੇ ਵਿੱਚ ਇੱਕ ਆਮ ਪ੍ਰਚਲਿਤ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਰਾਜਿਆਂ ਦੇ ਦਰਬਾਰ ਦੇ ਵਿੱਚ ਵਿਦਵਾਨ ਰੱਖੇ ਹੁੰਦੇ ਸੀ, ਉਹ ਬ੍ਰਾਹਮਣ ਜਿਨ੍ਹਾਂ ਨੂੰ ਪੰਡਿਤ ਵੀ ਕਿਹਾ ਜਾਂਦਾ ਸੀ, ਉਹ ਵਿਦਵਾਨਾਂ ਨੂੰ ਜੇ ਰਾਜਾ ਕੋਈ ਗੱਲ ਦੱਸੇ, ਕੋਈ ਕੰਮ ਆਖੇ, ਕੋਈ ਅੜਾਉਣੀ ਪਾਵੇ, ਜਾਂ ਇੱਥੋਂ ਤੱਕ ਕਿ ਕੋਈ ਵਿਸ਼ੇਸ਼ ਪ੍ਰਸ਼ਨ ਪੁੱਛ ਲਵੇ, ਜਦੋਂ ਉਹਨੂੰ ਉਹ ਪ੍ਰਸ਼ਨ ਦਾ ਉੱਤਰ ਨਾ ਆਵੇ ਤੇ ਉਹ ਘਰ ਆ ਕੇ ਬੜਾ ਉਦਾਸ ਹੁੰਦਾ ਸੀ ਕਿ ਰਾਜੇ ਨੇ ਮੈਨੂੰ ਮਰਵਾ ਦੇਣਾ, ਨੌਕਰੀ ਤੋਂ ਕੱਢ ਦੇਣਾ, ਦੂਜੇ ਬੈਠੇ ਨੇ ਉਹ ਲੈ ਜਾਣਗੇ ਮੇਰੀ ਨੌਕਰੀ। ਤਾਂ ਉਹਦੀਆਂ ਲੜਕੀਆਂ ਉਹਨੂੰ ਪੁੱਛਦੀਆਂ ਨੇ, ਘਰ ਵਾਲੀ ਪੁੱਛਦੀ ਹੈ, ਵਿਸ਼ੇਸ਼ ਰੂਪ 'ਚ ਉਹਦੀਆਂ ਧੀਆਂ ਪੁੱਛਦੀਆਂ ਨੇ ਕਿ ਪਿਤਾ ਜੀ ਕੀ ਗੱਲ ਹੈ, ਤੇ ਉਹਦਾ ਹੱਲ ਉਹਦੀ ਲੜਕੀ ਉਹਨੂੰ ਸਮਝਾਉਂਦੀ ਹੈ ਪਿਤਾ ਜੀ ਨੂੰ। ਇਹਦਾ ਮਤਲਬ ਇਸਤਰੀ ਜਿਹੜੀ ਹੈ ਉਹ ਵਿਦਵਾਨ ਹੋ ਸਕਦੀ ਹੈ। ਇਸੇ ਤਰ੍ਹਾਂ ਦੇ ਬਹੁਤ ਸਾਰੇ ਪ੍ਰਮਾਣ ਨੇ। ਉਸ ਤੋਂ ਹੋਰ ਪਿੱਛੇ ਚਲੇ ਜਾਈਏ, ਸਾਡੀ ਭਾਰਤੀ ਸੰਸਕ੍ਰਿਤੀ ਵਿੱਚ ਵਿਦਿਆ ਦੀ ਦੇਵੀ ਕੌਣ ਹੈਗੀ? ਕੋਈ ਪੁਰਸ਼ ਨਹੀਂ ਗਾ, ਸਰਸਵਤੀ ਹੈ। ਤੇ ਸਰਸਵਤੀ ਜੇ ਵਿਦਿਆ ਦੀ ਦੇਵੀ ਹੈ ਤੇ ਉਹ ਕੌਣ ਹੈ? ਉਹ ਨਰ ਸਰੀਰ ਨਹੀਂ ਨਾ ਹੈਗਾ, ਉਹ ਇਸਤਰੀ ਸਰੀਰ ਹੈਗਾ, ਮਾਦਾ ਇਸਤਰੀ ਸਰੀਰ ਹੈ। ਤੇ ਜੇ ਉਹ ਹੋ ਸਕਦੀ ਹੈ ਤੇ ਅੱਗੋਂ ਬਾਕੀ ਦੀਆਂ ਇਸਤਰੀਆਂ ਕਿਉਂ ਨਹੀਂ ਹੋ ਸਕਦੀ? ਅਸੀਂ ਉਹਨਾਂ ਨੂੰ ਮੌਕਾ ਨਹੀਂ ਦਿੰਦੇ, ਅਸੀਂ ਉਹਨਾਂ ਨੂੰ ਅੱਗੇ ਆਉਣ ਦੇਈਏ, ਉਹਨਾਂ ਨੂੰ ਵੱਧ ਤੋਂ ਵੱਧ ਪੜ੍ਹਾਈਏ ਅਤੇ ਉਹਨਾਂ ਨੂੰ ਵਿਚਰਨ ਦਾ ਮੌਕਾ ਦੇਈਏ, ਜਿਹਨੂੰ ਇੰਗਲਿਸ਼ ਕਹਿੰਦੇ ਨੇ ਐਕਸਪੋਜ਼ਰ ਦੇਈਏ। ਕਿਉਂਕਿ ਬਹੁਤ ਕੁਛ ਅਸੀਂ ਸਿਰਫ ਪੜ੍ਹ ਕੇ ਕਿਤਾਬੀ ਕੀੜੇ ਬਣ ਕੇ ਨਹੀਂ ਸਿੱਖਦੇ, ਵੇਖ ਕੇ, ਵਿਚਰ ਕੇ, ਇੱਕ ਦੂਸਰੇ ਨਾਲ ਗੱਲ ਕਰਕੇ ਅਸੀਂ। ਤੇ ਇਸ ਕਰਕੇ ਉਸ ਹਰ ਖੇਤਰ ਵਿੱਚ ਮੈਂ ਤੇ ਇੱਥੋਂ ਤੱਕ, ਹਾਲਾਂਕਿ ਦੇਖੋ ਸਾਡੇ ਸਮਾਜ ਦੇ ਵਿੱਚ ਤਾਂ ਫਿਲਮਾਂ ਵੇਖਣੀਆਂ ਵੀ ਮਨਾ ਸੀ, ਮੈਂ ਉਹ ਵੀ ਆਗਿਆ ਦਿੱਤੀ ਹੈ, ਔਰ ਆਪਣੀਆਂ ਧੀਆਂ ਨੂੰ ਕਿਹਾ ਕਿ ਹਰ ਖੇਤਰ 'ਚ ਅੱਗੇ ਆਓ। ਲੋਕ ਆਉਂਦੇ ਨੇ ਵੀ ਇਹ ਕਿਵੇਂ ਹੋਇਆ, ਇਹਦਾ ਕੀ? ਮੈਂ ਉਹਨਾਂ ਨੂੰ ਕਿਹਾ ਕਿ ਇੱਕ ਬੰਨੇ ਤਾਂ ਤੁਸੀਂ ਸਾਰੇ ਹੀ ਜਿਹੜੇ ਆਂਦੇ ਹੋ ਇਹ ਗਲਤ ਗੱਲ ਹੈ, ਤੁਸੀਂ ਸਾਰੇ ਹੀ ਤਾਂ ਫਿਲਮਾਂ ਵੇਖਦੇ ਹੋ ਤੇ ਆਂਦੇ ਹੋ ਬੱਲੇ ਬੱਲੇ ਬੱਲੇ, ਆਹ ਕੁੜੀ ਬੜੀ ਸੋਹਣੀ ਹੈ, ਆਹ ਕੁੜੀ ਬੜੀ ਵਧੀਆ ਐਕਟਿੰਗ ਕਰਦੀ ਹੈ, ਇਹ ਐਸ਼ਵਰਿਆ ਰਾਏ ਹੈ ਤੇ ਕਰੀਨਾ ਕਪੂਰ ਹੈ, ਦੂਜੀ ਤੀਜੀ। ਇੱਕ ਬੰਨੇ ਤਾਂ ਤੁਸੀਂ ਉਹਨਾਂ ਨੂੰ ਚੰਗਾ ਆਂਦੇ ਹੋ, ਤੇ ਜੇ ਉਹਨਾਂ ਨੂੰ ਚੰਗਾ ਆਂਦੇ ਹੋ ਤਾਂ ਫਿਰ ਸਾਡੀਆਂ ਧੀਆਂ ਜੇ ਉੱਥੇ ਚੰਗੀਆਂ ਜਾਣਗੀਆਂ ਤੇ ਮਾੜੀਆਂ ਕਿਉਂ ਹੋਈਆਂ? ਮਾੜੀਆਂ ਕਿਉਂ ਨੇ? ਸੋ ਇਸ ਕਰਕੇ ਮੈਂ ਹਰ ਖੇਤਰ ਵਿੱਚ ਅੱਗੇ ਆਓ, ਰਾਜਨੀਤੀ 'ਚ ਆਓ, ਉੱਥੇ ਆਓ। ਔਰ ਇੱਕ ਹੋਰ ਗੱਲ ਮੈਂ ਉਹਦੇ ਪਿੱਛੇ ਕਰਦਾ ਪਿਆ, ਉਹਦੇ ਵਿੱਚ ਤੋਂ ਬਿਨਾਂ, ਕਿ ਅਸੀਂ ਸਾਡੇ ਭਾਰਤੀ ਸਮਾਜ ਦੇ ਵਿੱਚ ਪੁੱਤਰ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਤੇ ਕੁੜੀ ਹੋਣੀ ਮਾੜੀ ਗੱਲ ਹੈ। ਮੇਰੇ ਘਰ ਜ਼ਰੂਰ ਚਾਹੀਦਾ ਅੱਗੋਂ ਪੋਤਰਾ ਦੋਤਰਾ ਚਾਹੀਦਾ, ਪਰ ਧੀ ਨਹੀਂ ਹੋਣੀ ਚਾਹੀਦੀ। ਮੈਂ ਉਹਨਾਂ ਗੱਲਾਂ ਨੂੰ ਵੀ ਕੱਟਦਾ ਨਾ, ਮੈਂ ਪ੍ਰਤੱਖ ਰੂਪ ਭਰੇ ਦੀਵਾਨਾਂ 'ਚ ਇਹਨਾਂ ਗੱਲਾਂ ਤੇ ਜ਼ੋਰ ਦੇ ਕੇ ਕਹਿਣਾ ਕਿ ਪਿਆਰੇ, ਤੁਸੀਂ ਪਿਆਰਿਓ ਇਹ ਦੱਸੋ ਕਿ ਜੇ ਕਿਸੇ ਦੀ ਧੀ ਨਾ ਹੁੰਦੀ ਤਾਂ ਆਪਾਂ ਹੀ ਨਹੀਂ ਸੀ ਜੰਮਣਾ ਜੀ, ਤੇ ਜੇ ਇੱਕ ਹੋਰ ਧੀ ਨਾ ਹੁੰਦੀ ਤੇ ਸਾਡੀ ਮਾਂ ਨੇ ਵੀ ਨਹੀਂ ਸੀ ਜੰਮਣਾ। ਜੇ ਸਾਡੀ ਨਾਨੀ ਨਾ ਹੁੰਦੀ ਤਾਂ ਸਾਡੀ ਮਾਂ ਨਹੀਂ ਸੀ ਜੰਮਣੀ। ਫਿਰ ਜੇ ਅੱਗੋਂ ਕੋਈ ਧੀ ਨਾ ਹੁੰਦੀ
ਤੇ ਸਾਡਾ ਵਿਆਹ ਨਹੀਂ ਸੀ ਹੋਣਾ, ਕੋ ਸਾਡੇ ਬੱਚੇ ਨਹੀਂ ਸੀ ਹੋਣੇ, ਤੇ ਫਿਰ ਧੀਆਂ ਮਾੜੀਆਂ ਕਿਉਂ? ਮੇਰੀ ਇਸ ਗੱਲ ਦਾ ਉੱਤਰ ਨਹੀਂ ਹੈਗਾ। ਇਸ ਕਰਕੇ ਸੰਗਤ ਉਹਨਾਂ ਗੱਲਾਂ ਨੂੰ ਪ੍ਰਵਾਨ ਕਰ ਰਹੀ ਹੈ, ਸਮਾਜ ਵੀ ਪ੍ਰਵਾਨ ਕਰ ਰਿਹਾ ਕਿ ਵੀ ਅਸੀਂ ਆਪਣੀ ਸੰਕੀਰਨ ਸੋਚ ਛੱਡ ਕੇ ਤੇ ਧੀਆਂ ਨੂੰ ਵੀ ਪੁੱਤਰਾਂ ਵਾਂਗੂ ਪਾਲੋ। ਹਾਂ ਠੀਕ ਹੈ, ਜਿਨ੍ਹਾਂ ਨੂੰ ਪੁੱਤਰ ਦੀ ਇੱਛਾ ਗੁਰੂ ਕਿਰਪਾ ਕਰੇ, ਪਰ ਧੀਆਂ ਨੂੰ ਵੀ ਪੁੱਤਰ ਵਾਂਗੂ ਪਾਲੋ। ਸੋ ਇਹ ਵਿਚਾਰ ਨੇ ਮੇਰੇ ਕਿ ਅਸੀਂ ਇਸਤਰੀਆਂ ਨੂੰ ਵੱਧ ਤੋਂ ਵੱਧ ਅੱਗੇ ਆਉਣ ਦਾ ਮੌਕਾ ਦੇਈਏ, ਉਹਨਾਂ ਨੂੰ ਥਾਪੀ ਦੇ ਕੇ ਅੱਗੇ ਲਿਆਈਏ, ਕਰੀਏ। ਇਹਦੇ ਨਾਲ ਇੱਕ ਚੀਜ਼ ਹੋਰ ਬੜੀ ਜ਼ਰੂਰੀ ਹੈ। ਜਿਹੜੇ ਇਹ ਇੱਕ ਇਸ ਵੇਲੇ ਜੇ ਤੁਸੀਂ ਦੇਖੋ ਧਿਆਨ ਨਾਲ, ਸਾਰੇ ਸੰਸਾਰ ਦੇ ਵਿੱਚ ਹੀ ਤਲਾਕ ਦਾ ਰਿਵਾਜ ਬਹੁਤ ਜ਼ਿਆਦਾ ਹੋ ਗਿਆ। ਝੱਟ ਰੋਟੀ ਤੇ ਫਟ ਤਲਾਕ, ਝੱਟ ਰੋਟੀ ਤੇ ਫਟ ਦਾਲ ਤੇ ਹੁਣ ਝੱਟ ਰੋਟੀ, ਝੱਟ ਵਿਆਹ, ਫਟ ਤਲਾਕ ਹੋ ਜਾਂਦਾ। ਸੋ ਇਹ ਬੜੀ ਮਾੜੀ ਪ੍ਰਥਾ, ਜਾਂ ਤੇ ਵਿਆਹ ਕਰਾਓ ਹੀ ਨਾ, ਜੇ ਕਰਾਉਣਾ ਤਾਂ ਨਿਭਾਉਣ ਦੀ ਜਾਚ ਸਿੱਖੋ। ਇਹ ਮੈਂ ਗੱਲ ਇਸ ਕਰਕੇ ਕਰ ਰਿਹਾ ਕਿ ਇਹਦੇ ਪਿੱਛੇ ਇੱਕ ਕਾਰਨ ਇਹ ਹੈਗਾ ਕਿ ਇਸਤਰੀ ਪੜ੍ਹ ਲਿਖ ਕੇ ਜਾਗਰੂਕ ਹੋ ਗਈ ਹੈ, ਆਪਣੀ ਸੁਰੱਖਿਆ ਕੁਛ ਹੱਦ ਤੱਕ ਕਰਨ ਲੱਗ ਪਈ ਹੈ। ਅੱਜ ਸਮਾਜ ਵਿੱਚ ਉਹਨਾਂ ਡਰ ਨਹੀਂ ਰਹਿ ਗਿਆ ਜਿਹੜਾ ਇਹ ਤੋਂ 100-200 ਸਾਲ ਪਹਿਲਾਂ ਸੀ ਕਿ ਆਮ ਹੀ ਕੁੜੀਆਂ ਚੁੱਕ ਕੇ ਲੈ ਜਾਂਦੇ ਸੀ। ਉਹ ਵੀ ਡਰ ਖਤਮ ਹੋ ਗਿਆ, ਪੜ੍ਹ ਲਿਖ ਕੇ ਜਾਗਰੂਕਤਾ ਆ ਗਈ, ਤਰਕ ਕਰਨ ਦੀ ਗੱਲ ਆ ਗਈ, ਆਪਣੀ ਇੱਕ ਸੁਤੰਤਰ ਸੋਚ ਆ ਗਈ ਜਿਹੜੀ ਪਹਿਲਾਂ ਨਹੀਂ ਸੀ ਹੈਗੀ। ਪਹਿਲਾਂ ਵਿਆਹ ਤਾਂ ਸੀ ਕਿ ਮਾਪਿਆਂ ਨੇ ਆਖਿਆ ਵੀ ਕੁੜੀਏ ਤੈਨੂੰ ਵਿਆਹਤਾ ਤੇ ਉਤੋਂ ਲਾਸ਼ ਹੀ ਨਿਕਲਣੀ ਹੈ ਤੇਰੀ। ਸਹੁਰੇ ਜਿੰਨਾ ਮਰਜ਼ੀ ਤੰਗ ਕਰੀ ਜਾਣ, ਜਿੰਨਾ ਮਰਜ਼ੀ ਪਿਆਰ ਕਰੀ ਜਾਣ, ਤੇ ਉਹਨੂੰ ਇਹ ਸੀ ਵੀ ਕੋਈ ਸੁਣਵਾਈ ਨਹੀਂ। ਡੰਗਰਾਂ ਨੂੰ ਵੀ ਭੈੜੇ ਹਾਲ ਦੇ ਵਿੱਚ ਕਈ ਤੇ ਰੱਖਦੇ ਸੀ, ਕਈ ਫੁੱਲਾਂ ਨੂੰ ਰੱਖਦੇ ਸੀ। ਮਤਲਬ ਉਹ ਸੋਚ ਬਦਲ ਕੇ ਅੱਜ ਉਹ ਕਹਿੰਦੀ ਹੈ ਘਰ ਵਾਲੇ ਨੂੰ, ਆਂਦੀ ਤੂੰ 30,000 ਕਮਾਉਣਾ, ਮੈਂ 40 ਕਮਾਉਣੀ ਆ, ਮੈਂ ਤੇਰੇ ਥੱਲੇ ਮੈਂ ਕਿਉਂ ਲੱਗਾ। ਇਹ ਸੋਚ ਜਿਹੜੀ ਹੈ ਨਾ, ਉਹ ਇਹ ਸਾਈਡ ਇਫੈਕਟ ਹੋਇਆ ਪੜ੍ਹਾਈ ਦਾ ਤੇ ਜਾਗਰੂਕਤਾ ਦਾ ਔਰ ਆਪਣੇ ਪੈਰਾਂ ਸਿਰ ਖੜੇ ਹੋਣ ਦਾ। ਉਹਦਾ ਇਹ ਇੱਕ ਨੁਕਸਾਨ ਵੀ ਹੋਇਆ ਕਿ ਪਰਿਵਾਰ ਟੁੱਟਣੇ ਸ਼ੁਰੂ ਹੋ ਗਏ ਨੇ, ਕਿਉਂਕਿ ਸਮਾਜ ਬਣਦਾ ਪਰਿਵਾਰ ਨਾਲ। ਇੱਕ ਇਕੱਲਾ ਮਨੁੱਖ, ਇਸਤਰੀ ਜਾਂ ਪੁਰਸ਼, ਦੋ ਬਣ ਗਏ, ਅੱਗੋਂ ਦੋ ਬੱਚੇ ਹੋ ਗਏ ਤੇ ਉਹ ਇੱਕ ਪਰਿਵਾਰ ਬਣ ਗਿਆ। ਬਹੁਤੇ ਪਰਿਵਾਰ ਹੋ ਗਏ ਤਾਂ ਸਮਾਜ ਬਣ ਗਿਆ। ਸਮਾਜ ਹੋਏਗਾ ਤੇ ਦੇਸ਼ ਬਣੇਗਾ। ਤੇ ਜੇ ਰਹੇ ਹੀ ਅਸੀਂ ਇਕੱਲੇ ਇਕੱਲੇ ਗਏ ਤੇ ਫਿਰ ਨਾ ਪਰਿਵਾਰ ਬਣਿਆ, ਨਾ ਸਮਾਜ, ਨਾ ਦੇਸ਼, ਸਭ ਕੁਛ ਹੀ। ਉਹਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਮੈਂ ਵੀ ਕਮਾਉਣਾ, ਤੂੰ ਵੀ ਕਮਾਉਣੀ ਹੈ, ਮਤਲਬ ਮੈਂ ਤੇਰੇ ਤੋਂ ਕੀ ਲੈਣਾ, ਮੈਂ ਕੀ ਲੈਣਾ। ਉਹ ਸੋਚ ਬੜੀ ਭਾਰੀ ਹੈਗੀ ਹੈ, ਇਹ ਉਹਦਾ ਨੁਕਸਾਨ ਹੋਇਆ। ਪਰ ਇਹ ਹੈਗਾ ਕਿ ਜੇ ਇਸਤਰੀ ਵਿਦਵਾਨ ਹੋਵੇਗੀ ਤਾਂ ਉਹਦੇ ਬੱਚੇ ਵਿਦਵਾਨ ਹੋਣਗੇ, ਨਹੀਂ ਤਾਂ ਬੱਚੇ ਅਨਪੜ੍ਹ ਮਾਂ ਦੇ ਬੱਚਿਆਂ ਨੇ ਵਿਦਵਾਨ ਕਿੱਥੋਂ ਹੋਣਾ ਵਿਚਾਰੇ। ਸੋ ਇਸ ਕਰਕੇ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਇਸਤਰੀ ਪੜ੍ਹੀ ਹੋਣੀ ਚਾਹੀਦੀ ਹੈ, ਪਰੰਤੂ ਇਸਤਰੀ ਤੇ ਪੁਰਸ਼ ਦੋਵਾਂ ਨੂੰ ਇਹ ਸਿੱਖਿਆ ਮਿਲਣੀ ਚਾਹੀਦੀ ਹੈ ਜਿਹੜੀ ਕਿ ਕੋਈ ਸਾਡਾ ਵਿਸ਼ਵ ਵਿਦਿਆਲਾ, ਇੰਸਟੀਚਿਊਟ, ਯੂਨੀਵਰਸਿਟੀਆਂ, ਕਾਲਜ ਕੋਈ ਸਿੱਖਿਆ ਨਹੀਂ ਦਿੰਦਾ ਕਿ ਪਤੀ ਪਤਨੀ ਇਕੱਠੇ ਕਿਵੇਂ ਰਹਿਣਾ ਹੈ, ਲੜਨਾ ਨਹੀਂ, ਜਾਂ ਘੱਟ ਤੋਂ ਘੱਟ ਲੜ ਕੇ ਫਿਰ ਇਕੱਠੇ ਕਿਵੇਂ ਰਹਿਣਾ, ਕੋਈ ਨਹੀਂ ਸਿੱਖਿਆ ਦਿੰਦਾ। ਜਿੰਨੀਆਂ ਮਰਜ਼ੀ ਡਿਗਰੀਆਂ ਲਈ ਜਾਓ, ਜਿੰਨੀਆਂ ਮਰਜ਼ੀ ਡਿਗਰੀਆਂ ਲਈ ਜਾਓ ਬੀਬੀ, ਤੇ ਉਦੋਂ ਬਾਅਦ ਘਰ ਦੇ ਵਿੱਚ ਵੜਦੇ ਹੀ ਇੱਕ ਰਾਤ ਨਹੀਂ ਨਿਕਲਦੀ, ਪਤੀ ਪਤਨੀ ਦੀ ਜੁੱਤੀ ਖੜਕਦੀ ਹੈ ਤੇ ਅਗਲੇ ਦਿਨ ਉਹ ਜੀ ਤਲਾਕ ਹੋ ਗਿਆ, ਚੱਲ ਜੀ। ਤੁਹਾਡੀਆਂ ਡਿਗਰੀਆਂ ਕਿਸ ਕੰਮ ਆਈਆਂ, ਤੁਹਾਨੂੰ 2 ਰਾਤਾਂ ਤਾਂ ਕੱਢਣੀਆਂ ਨਹੀਂ ਆਈਆਂ। ਇਸ ਚੀਜ਼ ਦੀ ਬਹੁਤ ਵੱਡੀ ਲੋੜ ਹੈ। ਔਰ ਸਾਡੀਆਂ ਇਸਤਰੀਆਂ ਨੂੰ, ਪੁਰਸ਼ਾਂ ਨੂੰ, ਮੈਂ ਤਾਂ ਇਹਦੇ ਤੇ ਵੀ ਕਾਫੀ ਸਾਰੇ ਭਾਸ਼ਣ ਇਸੇ ਗੱਲ ਤੇ ਹੀ ਦਿੱਤੇ ਨੇ। ਹਾਲਾਂਕਿ ਮੇਰਾ ਇਸ ਗੱਲ ਤੇ ਵਿਰੋਧ ਵੀ ਹੋਇਆ ਵੀ ਤੂੰ ਇਹ ਗੱਲਾਂ ਕਿਉਂ ਕਰਦਾ, ਤੇ ਮੈਂ ਕਿਹਾ ਵੀ ਨਹੀਂ, ਜਦੋਂ ਗੁਰਬਾਣੀ ਵਿੱਚ ਲਿਖਿਆ ਹੋਇਆ ਕਲ ਕਲੇਸ਼ ਮਿਟਾਏ ਸਤਿਗੁਰ, ਗੁਰੂ ਦੇ ਚਰਨੀ ਲੱਗ ਕੇ ਸਾਡੇ ਕਲੇਸ਼ ਮਿਟ ਜਾਂਦੇ। ਤੇ ਜੇ ਸਾਡੇ ਪਰਿਵਾਰ 'ਚ ਕਲੇਸ਼ ਨਹੀਂ ਮਿਟੇ ਤੇ ਗੁਰੂ ਦੇ ਚਰਨੀ ਲੱਗਣ ਦਾ ਫਾਇਦਾ ਕੀ ਹੋਇਆ। ਤਾਂ ਨਹੀਂ ਗਏ ਕਿ ਸਾਨੂੰ ਇਹ ਗੱਲਾਂ ਸਮਝਾਈਆਂ ਹੀ ਨਹੀਂ ਗਈਆਂ। ਅਸੀਂ ਸਿਰਫ ਪਾਠ ਕੀਤਾ, ਮੱਥਾ ਟੇਕਿਆ, ਜਾਂ ਪਾਠ ਮੁੱਲ ਲੈ ਲਿਆ, ਚੱਲ ਵੀ ਵਿਹਲੇ। ਭਾਵੇਂ ਉਹ ਇਸਤਰੀ ਹੈ ਜਾਂ ਪੁਰਸ਼ ਹੈ, ਉਹਨੂੰ ਵਿਆਹਕ ਜੀਵਨ ਦੀ ਜਾਚ ਤਾਂ ਕੋਈ ਦੱਸਦਾ ਹੀ ਨਹੀਂ।
ਕੁੜੀਆਂ ਨੂੰ ਜੀ ਤਾਂ ਮਰਦ ਸਿਖਾ ਦਿੰਦੇ ਨੇ, ਮੁੰਡਿਆਂ ਨੂੰ ਕੋਈ ਦੱਸਦਾ ਹੀ ਨਹੀਂਗਾ। ਸੋ ਜੀ ਉਸ ਗੱਲ ਤੇ ਵੀ ਬਹੁਤ ਜ਼ੋਰ ਦੇ ਰਹੇ ਹਾਂ ਕਿ ਘਰਵਾਲੀ ਨੂੰ ਤੰਗ ਨਹੀਂ ਕਰਨਾ, ਹੱਥ ਨਹੀਂ ਚੁੱਕਣਾ, ਜੀ ਪਰ ਕੋਈ ਪਾਸੇ ਲੋੜ ਹੈ ਕਿ ਆਪਸ ਵਿੱਚ ਸਮਾਈ ਕਰਕੇ ਰਿਹਾ ਜਾਵੇ। ਉਹਦੇ ਵਾਸਤੇ ਪੜ੍ਹਾਈ ਦੀ ਵੀ ਲੋੜ ਹੈ ਔਰ ਅਕਲ ਦੀ ਬਹੁਤ ਵੱਡੀ ਲੋੜ ਹੈ ਕਿ ਕਿਵੇਂ ਮੌਕੇ ਨੂੰ ਸੰਭਾਲਣਾ। ਸੋ ਇਸ ਕਰਕੇ ਇਸਤਰੀ ਮੁੱਢ ਤੋਂ ਹੀ ਵਿਦਵਾਨ ਹੈ। ਸਾਡੀ ਵਿਦਿਆ ਦੀ ਦੇਵੀ ਹੈਗੀ ਹੈ ਸਰਸਵਤੀ, ਅਤੇ ਜੀ ਸਰਸਵਤੀ ਇਸਤਰੀ ਸੀ ਤੇ ਹਰ ਇਸਤਰੀ ਵਿਦਵਾਨ ਹੋ ਸਕਦੀ ਹੈ ਨਾ। ਮੈਂ ਤਾਂ ਬੜੀਆਂ ਕੁੜੀਆਂ ਦੇ ਨਾਂ ਹੀ ਸਰਸਵਤੀ ਕੌਰ ਰੱਖੇ ਨੇ, ਇਸੇ ਜੀ ਕਰਕੇ ਰੱਖੇ ਨੇ ਉਹਨਾਂ ਦੇ, ਕਿ ਸਾਡੀਆਂ ਧੀਆਂ ਜਿਹੜੀਆਂ ਹੈਗੀਆਂ ਨੇ ਉਹ ਵਿਦਵਾਨ ਬਣ ਸਕਦੀਆਂ ਨੇ। ਸੋ ਇਹ ਵਿਚਾਰ ਨੇ ਜੀ ਜੀ ਜੀ। ਆਪ ਜੀ ਦੇ ਨਾਲ ਬਹੁਤ ਸਾਰੇ ਸਰੋਤੇ ਆਨਲਾਈਨ ਵੀ ਜੁੜੇ ਹੋਏ ਨੇ, ਜੋ ਆਪਾਂ ਨੂੰ ਲਾਈਵ ਵੀ ਦੇਖ ਰਹੇ ਨੇ। ਸੋ ਆਪ ਜੀ ਸਾਰੇ ਹੀ ਸਮਾਜ ਨੂੰ, ਖਾਸ ਤੌਰ ਤੇ ਔਰਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਔਰਤਾਂ ਨੂੰ ਸੁਨੇਹਾ ਤਾਂ ਬਾਅਦ ਵਿੱਚ ਦੇਵਾਂਗਾ। ਸਮਾਜ ਨੂੰ ਸਭ ਤੋਂ ਪਹਿਲੀ ਮੇਰੀ ਬੇਨਤੀ ਤੁਹਾਡੇ ਸਾਰੇ ਸਰੋਤਿਆਂ ਨੂੰ ਹੈ ਕਿ ਆਪਣੀਆਂ ਧੀਆਂ ਨੂੰ ਵਿਆਹੁਣ ਦੀ ਕਾਹਲੀ ਨਾ ਕਰੋ। ਪੈਰਾਂ ਦੇ ਸਿਰ ਖੜੇ ਕਰਕੇ, ਭਾਵ ਆਪਣੀ ਰੋਟੀ ਕਮਾਉਣ ਜੋਗੀ ਕਰਕੇ ਫੇਰ ਵਿਆਹੋ। ਸਭ ਤੋਂ ਜੀ ਪਹਿਲਾ ਇਹ ਹੈ। ਜਿਹੜੇ ਇੱਕ ਸਾਡੇ ਸਮਾਜ 'ਚ ਪਰੰਪਰਾ ਹੈ ਕਿ ਧੀਆਂ ਬੇਗਾਨਾ ਧਨ ਹੁੰਦੀਆਂ ਨੇ, ਉਹ ਗਊਆਂ ਨੇ, ਉਹਨੇ ਉਹ ਬੇਗਾਨੇ ਘਰ ਜਾਣਾ ਹੀ ਹੈ, ਉਹ ਧੀ ਦਾਨ ਕਰਨੀ ਹੈ, ਇਹ ਪੁਰਾਤਨ ਗੱਲਾਂ ਨੇ। ਅੱਜ ਇਹਨਾਂ ਨੂੰ ਛੱਡ ਦਿਓ। ਆਪਣੀ ਧੀ ਨੂੰ ਰੋਟੀ ਦੇ ਸਿਰ ਕਰੋ। ਵਿਆਹ ਹੋਵੇ ਜਾਂ ਨਾ ਹੋਵੇ ਉਹ ਬਾਅਦ ਦੀਆਂ ਗੱਲਾਂ ਨੇ। ਵਿਆਹ ਕੋਈ ਜ਼ਰੂਰੀ ਜੀ ਨਹੀਂ, ਜੀ ਤੇ ਜ਼ਰੂਰੀ ਹੈਗਾ ਵੀ ਹੈ। ਵਿਆਹ ਜੀ ਜ਼ਰੂਰੀ ਇਸ ਕਰਕੇ ਹੈ ਕਿਉਂਕਿ ਜੀਵਨ ਦੇ ਵਿੱਚ ਦੁੱਖ ਸੁੱਖ ਤਾਂ ਆਉਣੇ ਹੀ ਨੇ, ਦੁੱਖ ਆਉਣੇ ਹੀ ਨੇ। ਉੱਥੇ ਜੀ ਸਾਥੀ ਚਾਹੀਦਾ, ਭਾਵੇਂ ਉਹ ਇਸਤਰੀ ਹੈ ਜਾਂ ਪੁਰਸ਼, ਇੱਕ ਵੱਖਰੀ ਗੱਲ। ਵਿਆਹ ਦਾ ਮਤਲਬ ਕਾਮ ਇੱਛਾ ਪੂਰੀ ਕਰਨੀ ਨਹੀਂ, ਨਿਆਣੇ ਬਣਾਉਣ ਦੀ ਮਸ਼ੀਨ ਨਹੀਂ। ਵਿਆਹ ਦਾ ਜੀ ਮਤਲਬ ਜੀਵਨ ਸਾਥੀ ਹੈ, ਜਿਹਨੇ ਜੀਵਨ ਪਰ ਸਾਥ ਨਿਭਾਉਣਾ ਹੈ। ਤੇ ਉਹ ਕਿਉਂ ਹੈ ਉਹਦੀ ਲੋੜ? ਕਿਉਂਕਿ ਦੁੱਖ ਤਾਂ ਆਉਣੇ ਹੀ ਨੇ, ਸਮੱਸਿਆਵਾਂ ਆਉਣੀਆਂ ਹੀ ਨੇ। ਉਸ ਵੇਲੇ ਇੱਕ ਦੂਜੇ ਨੂੰ ਮੋਢਾ ਦੇਣ ਵਾਸਤੇ ਕੋਈ ਨਾਲ ਚਾਹੀਦਾ। ਜੀ ਜੀ ਸੋ ਪਹਿਲੀ ਗੱਲ ਇਹ। ਫਿਰ ਜੇ ਸਾਡੀ ਧੀ ਪੈਰਾਂ ਸਿਰ ਹੋਵੇਗੀ, ਰੋਟੀ ਕਮਾਉਣ ਜੋਗੀ ਹੋਵੇਗੀ, ਤਾਂ ਉਹ ਵਿਆਹ ਤੋਂ ਬਾਅਦ ਤਲਾਕ ਹੋ ਜਾਵੇ ਤਾਂ ਵੀ ਆਪਣੀ ਰੋਟੀ ਚਲਾ ਸਕੇਗੀ। ਪਤੀ ਬਿਮਾਰ ਮੰਜੇ ਤੇ ਪੈ ਗਿਆ, ਐਕਸੀਡੈਂਟ ਹੋ ਗਿਆ, ਮਰ ਗਿਆ, ਸਹੁਰਿਆਂ ਨੇ ਘਰੋਂ ਕੱਢ ਦਿੱਤਾ, ਕੋਈ ਵੀ ਐਸੀ ਸਮੱਸਿਆ ਆ ਜਾਵੇ, ਪਤਾ ਥੋੜਾ ਹੁੰਦਾ ਜੀਵਨ 'ਚ ਕੀ ਸਮੱਸਿਆ ਹੋਣੀ। ਜੀ ਜਦੋਂ ਵੀ ਐਸੀ ਸਮੱਸਿਆ ਆਵੇ, ਜੇ ਸਾਡੀ ਧੀ ਆਪਣੇ ਪੈਰਾਂ ਸਿਰ ਹੋਵੇਗੀ ਤਾਂ ਉਹ ਆਪਣੀ ਰੋਟੀ ਕਮਾ ਕੇ ਖਾਏਗੀ। ਇਸੇ ਕਰਕੇ ਹੀ ਮੈਂ ਪਿੰਡੋਂ ਪਿੰਡ ਬਹੁਤ ਸਾਰੇ ਥਾਵਾਂ ਤੇ ਸਿਲਾਈ ਸਿੱਖਿਆ ਕੇਂਦਰ ਖੁਲਵਾ ਰਿਹਾ, ਤਾਂ ਕਿ 200 ਰੁਪਈਆ ਤਾਂ ਕੁੜੀ ਕਮਾ ਲਵੇ ਨਾ, ਰੋਜ਼ ਸੂਟ ਬਣਾ ਲਵੇ। ਜੀ ਮੇਕਅਪ ਸੈਂਟਰ ਦੀ ਸਿਖਲਾਈ, ਤਾਂ ਕਿ ਸੁੰਦਰ ਬਣਾਉਣਾ ਕੁੜੀਆਂ ਨੂੰ, ਉਹਦੀ ਸਿਖਲਾਈ ਦਿੱਤੀ ਜਾਵੇ ਆਪਣੀਆਂ ਧੀਆਂ ਨੂੰ ਕਿ ਜੀ ਬਈ ਇਸ ਤਰ੍ਹਾਂ ਕਰਕੇ ਭਰਵੱਟੇ ਮੁੰਨਣੇ ਨੇ, ਇਹ ਕਰਨਾ ਉਹ ਕਰਨਾ, ਕੰਨ ਪੁੱਟਣੇ ਨੇ। ਤੇ ਉਹ ਮਤਲਬ ਉਹ ਯਾਨੀ ਜਿਹੜਾ ਹੱਥੀਂ ਕੰਮ। ਕਿਉਂਕਿ ਵੇਖੋ ਬਹੁਤ ਸਾਰੇ ਬੱਚੇ ਸਾਡੇ ਚਾਹੁੰਦੇ ਨੇ ਕਿ ਸਾਨੂੰ ਨੌਕਰੀ ਮਿਲੇ, ਚੰਗੀ ਗੱਲ ਹੈ ਮਿਲ ਜਾਵੇ, ਜੀ ਪਰ ਨੌਕਰੀਆਂ ਬਹੁਤ ਥੋੜੀਆਂ ਨੇ। ਸਾਡੇ ਦੇਸ਼ ਦੀ ਜਨਸੰਖਿਆ ਬਹੁਤ ਜ਼ਿਆਦਾ, ਕਿੰਨਿਆਂ ਕੁ ਨੂੰ ਨੌਕਰੀਆਂ ਦੇਣਗੇ? ਰੌਲਾ ਜਿੰਨਾ ਮਰਜ਼ੀ ਪਾਈ ਜੋ ਜੀ, ਕਾਂਗਰਸ ਨਹੀਂ ਕਰਦੀ, ਭਾਜਪਾ ਨਹੀਂ ਕਰਦੀ, ਮਤਲਬ ਕਿਸੇ ਦੇ ਵੱਸ ਦੀ ਗੱਲ ਹੈ ਹੀ ਨਹੀਂ ਇਹਨਾਂ ਨੂੰ ਨੌਕਰੀ ਦੇ ਦੇਣੀ। ਜੀ ਜੇ ਆਪਾਂ ਕਮਾ ਕੇ ਖਾ ਸਕੀਏ ਉਹ ਜ਼ਿਆਦਾ ਵਧੀਆ। ਤੇ ਉਹਦੇ 'ਚ ਵੀ ਘੱਟ ਤੋਂ ਘੱਟ ਖਰਚੇ ਵਾਲਾ ਕੋਈ ਵੀ ਐਸਾ ਕਾਰਜ ਹੋਵੇ ਜਿਹੜਾ ਸਾਡੀ ਧੀ ਆਪਣੀ ਰੋਟੀ ਕਮਾ ਸਕੇ। ਸੋ ਜੀ ਇਸ ਕਰਕੇ ਮੇਰੇ ਵਿਚਾਰ ਇਹ ਨੇ, ਮੈਂ ਸਮਾਜ ਨੂੰ ਇਹ ਸੰਦੇਸ਼ ਦੇਵਾਂਗਾ ਕਿ ਬਈ ਤੁਸੀਂ ਆਪਣੀ ਧੀ ਨੂੰ ਬਗਾਨਾ ਧਨ, ਪਰਾਏ ਘਰ ਜਾਣਾ, ਧੀ ਦਾਨ ਬਿਲਕੁਲ ਨਹੀਂ। ਸਾਡੀ ਧੀ ਸਾਡਾ ਖੂਨ ਹੈ, ਉਹਦਾ ਹੱਕ ਹੈ ਸਾਡੇ ਘਰ 'ਚ, ਜਾਇਦਾਦ ਤੇ ਹੱਕ ਹੈ, ਹਰ ਚੀਜ਼ ਤੇ ਹੱਕ ਹੈ। ਆਪਣੀ ਧੀ ਨੂੰ
ਉੱਚਾ ਸਥਾਨ ਦੇ ਕੇ ਰੱਖੋ, ਮੁੰਡਿਆਂ ਵਾਂਗੂ ਪੜਾਓ ਤੇ ਵਿਆਹ ਉਦਣ ਕਰੋ ਜਿੱਦਣ ਉਹ ਆਪਣੀ ਰੋਟੀ ਦੇ ਸਿਰ ਹੋ ਜਾਵੇ ਸਾਡੀ ਕੁੜੀ, ਅਤੇ ਕੁੜੀ ਦੀ ਮਰਜ਼ੀ ਨਾਲ ਵਿਆਹ ਕਰਨਾ। ਜੀ ਧੀ ਦੀ ਮਰਜ਼ੀ ਤੋਂ ਬਿਨਾਂ ਉਹਦਾ ਵਿਆਹ ਨਹੀਂ ਕਰਨਾ। ਉਹਦੀ ਪਸੰਦ ਦਾ ਮੁੰਡਾ ਹੋਵੇ। ਤੇ ਸਹੁਰਿਆਂ ਅਗਲੀ ਹੋਰ ਗੱਲ ਕਸੂਤੀ ਦੱਸਾਂ ਤੁਹਾਨੂੰ, ਜੀ ਮੈਂ ਇਹੋ ਜਿਹੇ ਮਾਪੇ ਵੇਖੇ ਨੇ, ਪੜ੍ਹੇ ਲਿਖੇ, ਸ਼ਹਿਰਾਂ 'ਚ ਵੱਸਦੇ, ਕਰੋੜਾਂ ਦੇ ਮਾਲਕ, ਐਸੇ ਮਾਪੇ, ਐਸੇ ਬੁੱਧੂ ਮਾਪੇ ਜਿਨ੍ਹਾਂ ਨੇ ਆਪਣੀਆਂ ਧੀਆਂ ਇਹੋ ਜਿਹੇ ਥਾਂ ਵਿਆਹਤੀਆਂ ਕਿ ਜਿੱਥੇ ਅੱਗੇ ਮੁੰਡੇ ਕੁੜੀ ਦੇ ਕੋਲ ਇੱਕ ਕਮਰੇ 'ਚ ਪੈਣ ਨੂੰ ਕਮਰਾ ਹੀ ਹੈ ਨਹੀਂ। ਘਰ ਵੇਖਿਆ ਹੀ ਨਹੀਂ ਜਾ ਕੇ, ਕਿਸੇ ਨੇ ਦੱਸ ਪਾਤੀ, ਹਾਂਜੀ ਮੇਰੀ ਧੀ ਦਾ ਰਿਸ਼ਤਾ ਕਰ ਦਿਓ, ਚੱਲ ਬਈ। ਹੱਦ ਹੋ ਗਈ, ਸ਼ਰਮ ਆਉਣੀ ਚਾਹੀਦੀ। ਕਿਉਂ? ਧੀ ਨੂੰ ਘਰ ਰੋਟੀ ਨਹੀਂ ਦੇ ਸਕਦਾ, ਤੂੰ ਐਵੇਂ ਸੁੱਟ ਦੇਣਾ ਉਹਨੂੰ। ਸੋ ਮੈਂ ਕਹਾਂਗਾ ਜਿੱਥੇ ਵਿਆਹੁਣਾ ਉਹਨਾਂ ਦਾ ਘਰ-ਬਾਰ ਜਾ ਕੇ ਵੇਖੋ। ਤੁਸੀਂ ਮੈਨੂੰ ਕਹਿੰਦੇ ਹੋ ਨਾ ਕੀ ਸੰਦੇਸ਼ ਦਿਓਗੇ, ਜਿੱਥੇ ਜਾਣਾ ਉੱਥੇ ਜਾ ਕੇ ਉਹਨਾਂ ਦੇ ਆਪਣੇ ਕੁੜਮਾਂ ਦਾ, ਉਹਨਾਂ ਦਾ ਮੁੰਡੇ ਵਾਲਿਆਂ ਦਾ ਘਰ-ਬਾਰ ਵੇਖੋ। ਮੁੰਡੇ ਦੇ ਬਾਰੇ ਪਤਾ, ਮੁੰਡਾ ਨਸ਼ਾ ਤਾਂ ਨਹੀਂ ਕਰਦਾ, 2 ਕੁੜੀਆਂ ਤਾਂ ਨਹੀਂ ਰੱਖੀਆਂ, ਜੀ ਸਾਡਾ ਪਾਣੀ ਠੀਕ ਚੱਲਦਾ ਕਿ ਉਹ ਤਨਖਾਹ ਦੀ ਝੂਠੀ ਸਲਿੱਪੀ ਬਣਾ ਕੇ ਵਿਖਾਤੀ ਮੈਨੂੰ 5 ਲੱਖ ਮਿਲਦਾ। ਹਰ ਗੱਲ ਦੀ ਪੜਚੋਲ ਕਰਕੇ ਫਿਰ ਲੜਕੀ ਦੀ ਮਰਜ਼ੀ ਨਾਲ ਵਿਆਹ ਕਰੋ। ਜੀ ਆਪਣੀ ਲੜਕੀ ਨੂੰ ਵੀ ਸਿੱਖਿਆ ਦਿਓ ਕਿ ਬੇਟਾ ਬਹੁਤ ਉਤਰਾ ਚੜਾ ਆਉਣਗੇ ਜੀਵਨ ਦੇ ਵਿੱਚ, ਤੇ ਫਿਰ ਵੀ ਨਿਭਾਓ। ਇਹਦੇ ਨਾਲ ਹੀ ਮੈਂ ਮੁੰਡੇ ਵਾਲਿਆਂ ਨੂੰ ਵੀ ਕਹਿਣਾ, ਕਿਉਂਕਿ ਲੋਕ ਕੁੜੀਆਂ ਨੂੰ ਤਾਂ ਕੁਝ ਨਾ ਕੁਝ ਸਿਖਾ ਦਿੰਦੇ ਨੇ, ਮੁੰਡਿਆਂ ਨੂੰ ਤੇ ਏਡਾ ਲਾਡ ਨਾਲ ਪਾਲ ਕੇ ਉਹਦਾ ਦਿਮਾਗ ਖਰਾਬ ਕੀਤਾ ਹੁੰਦਾ, ਉਹਨੂੰ ਤਾਂ ਕੋਈ ਸਿਖਾਉਂਦਾ ਹੀ ਨਹੀਂ ਕਿ ਤੂੰ ਘਰਵਾਲੀ ਨੂੰ ਸਤਿਕਾਰ ਦੇਣਾ, ਉਹਦੀਆਂ ਭਾਵਨਾਵਾਂ ਸਮਝਣੀਆਂ ਨੇ ਤੇ ਕਿਵੇਂ ਰਲ ਕੇ ਰਹਿਣਾ ਤੁਸੀਂ। ਤੇ ਮੈਂ ਇਹ ਕੋਈ ਵੀ ਕਹਿਣਾ ਉਹਨਾਂ ਨੂੰ, ਸਾਰਿਆਂ ਤੁਹਾਡੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ, ਜੇ ਤੁਸੀਂ ਆਪਣੇ ਨੂੰਹ ਪੁੱਤਰ ਨੂੰ ਸੁਖੀ ਚਾਹੁੰਦੇ ਹੋ ਤਾਂ ਆਪਣੇ ਪੁੱਤਰ ਨੂੰ ਸਿੱਖਿਆ ਦਿਓ ਕਿ ਆਪਣੇ ਘਰਵਾਲੀ ਨਾਲ ਤੂੰ ਖੁਸ਼ ਕਿਵੇਂ ਰਹਿਣਾ, ਉਹਨੂੰ ਖੁਸ਼ ਕਿਵੇਂ ਰੱਖਣਾ, ਕਿਵੇਂ ਸਮਾਈ ਕਰਕੇ ਰਹਿਣਾ। ਕਿਉਂਕਿ ਮੇਰੇ ਕੋਲ ਬਹੁਤ ਸਾਰੇ ਐਸੇ ਝਗੜੇ ਆਏ ਨੇ ਪਰਿਵਾਰਾਂ ਦੇ ਕਿ ਜਿੱਥੇ ਪੁੱਤਰ ਦੀ ਮਾਂ, ਭਾਵ ਸਾਡੀ ਕੁੜੀ ਦੀ ਸੱਸ ਜਿਹੜੀ ਹੈ, ਉਹ ਆਪਣੇ ਨੂੰਹ ਪੁੱਤਰ ਨੂੰ ਲੜਾ ਦਿੰਦੀ ਹੈ। ਜਿਸ ਮਾਂ ਨੇ ਬੜੇ ਚਾਅ ਨਾਲ ਆਪਣੇ ਘਰ ਨੂੰ ਲਿਆਂਦੀ ਸੀ, ਉਹ ਈਰਖਾ ਵਸ ਆਪਣੇ ਨੂੰਹ ਪੁੱਤਰ ਨੂੰ ਲੜਾ ਦਿੰਦੀ ਹੈ। ਤੇ ਆਪਣੇ ਪੁੱਤਰ ਨੂੰ ਉਹਨੇ ਕਦੀ ਸਿੱਖਿਆ ਨਹੀਂ ਦਿੱਤੀ ਕਿ ਤੂੰ ਕਿਵੇਂ ਇਹਨੂੰ, ਆਪਣੇ ਘਰ ਵਾਲੀ ਨੂੰ ਖੁਸ਼ ਰੱਖਣਾ। ਹੁੰਦਾ ਕੀ ਹੈ ਕਿ ਪੁੱਤਰ ਨੇ ਸ਼ੁਰੂ ਤੋਂ 25 ਸਾਲ ਤਾਂ ਆਪਣੀ ਮਾਂ ਦੇ ਹੱਥੋਂ ਰੋਟੀ ਖਾਧੀ, ਹਰ ਗੱਲ ਮਾਂ ਨਾਲ ਕੀਤੀ। ਜਦੋਂ ਆ ਗਈ ਨੂੰਹ ਤੇ ਜ਼ਰੂਰੀ ਗੱਲ ਹੈ ਕਿ ਅੱਗੇ ਮਾਂ ਦੇ ਕੋਲ ਸੌਂਦਾ ਸੀ, ਤੇ ਹੁਣ ਉਹਨੇ ਆਪਣੇ ਘਰ ਵਾਲੀ ਦੇ ਕਮਰੇ 'ਚ ਜਾ ਕੇ ਸੌਣਾ ਨਾ, ਤੇ ਰੋਟੀ ਵੀ ਘਰ ਵਾਲੀ ਦੇ ਹੱਥੋਂ ਖਾਣੀ ਹੈ। ਤੇ ਮਾਂ ਦੇ ਦਿਲ ਨੂੰ ਹੌਲ ਪੈਂਦਾ ਵੀ ਹਾਂ ਇਹ ਕਿਵੇਂ ਹੋ ਗਿਆ। ਉਹਦੇ ਬਹੁਤ ਕੁਛ ਹੈਗਾ ਉਹਦੇ ਤੇ ਫਿਰ ਕਦੀ ਗੱਲ ਕਰਾਂਗੇ। ਸੋ ਇਸ ਕਰਕੇ ਮੇਰੀ ਸਾਰੇ ਸਰੋਤਿਆਂ ਨੂੰ, ਸਾਰਿਆਂ ਨੂੰ ਇਹ ਬੇਨਤੀ ਹੈ ਕਿ ਬਈ ਜਵਾਈ ਨੂੰ ਖੁਸ਼ ਨਾ ਰੱਖੋ, ਆਪਣੀ ਧੀ ਦੀ ਖੁਸ਼ੀ ਮੰਗੋ, ਆਪਣੀ ਲਈ ਸੋਚੋ। ਜਵਾਈ ਮਹਾਨ ਨਹੀਂ ਹੈਗਾ, ਮੇਰੀ ਧੀ ਮਹਾਨ ਹੈ। ਉਹ ਜਵਾਈ ਤਾਂ ਹੈ ਨਾ ਕਿ ਮੇਰੀ ਧੀ ਨਾਲ ਵਿਆਹਿਆ ਗਿਆ, ਜਵਾਈ ਕਰਕੇ ਮੇਰੀ ਧੀ ਨਹੀਂ ਗਈ, ਮੇਰੀ ਧੀ ਕਰਕੇ ਜਵਾਈ ਹੈ। ਤੇ ਫਿਰ ਜਵਾਈ ਮਹਾਨ ਕਿਉਂ ਹੋ ਗਿਆ? ਜਵਾਈ ਆ ਗਿਆ ਤੈਨੂੰ ਹੱਥਾਂ ਤੇ ਚੁੱਕ ਲਿਆ, ਤੇ ਧੀ ਨੂੰ ਹੈਗਾ ਕਿ ਤੂੰ ਉੱਥੇ ਪੁੱਠੀ ਲਟਕੀ ਰਹਿ ਤੇ ਰੋਜ਼ ਕੁੱਟ ਖਾਈ ਜਾ। ਉਹਦਾ ਕੀ ਮਤਲਬ? ਬਿਲਕੁਲ ਨਹੀਂ। ਉਦੋਂ ਨਾ ਵਿਆਹੋ, ਕੁਝ ਨਹੀਂ ਹੁੰਦਾ, ਕੋਈ ਪਾਪ ਨਹੀਂ ਲੱਗਦਾ। ਔਰ ਜਿਵੇਂ ਅਸੀਂ ਨਾਮਧਾਰੀ ਸੰਗਤ ਨੇ ਇਸਤਰੀਆਂ ਨੂੰ ਇੱਥੋਂ ਤੱਕ ਆਪਣੇ ਧਾਰਮਿਕ ਤੇ ਸਮਾਜਿਕ ਕੰਮਾਂ ਦੇ ਵਿੱਚ ਇੰਨੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਕਿ ਵੱਡੇ ਮੇਲਿਆਂ ਦਾ ਪ੍ਰਬੰਧ ਕਰਨਾ, ਪੰਡਾਲ ਦਾ ਪ੍ਰਬੰਧ, ਮੰਚ ਤੇ ਬੋਲਣਾ, ਹਰ ਚੀਜ਼ ਦਾ ਪ੍ਰਬੰਧ ਕਰਨਾ, ਪਾਠਾਂ ਦੇ ਭੋਗ ਪਾਉਣੇ, ਗੁਰੂ ਗ੍ਰੰਥ ਸਾਹਿਬ ਜੀ ਦੇ ਕਰਨੇ, ਪਾਠਾਂ ਦੇ ਭੋਗ ਪਾਉਣੇ, ਅਤੇ ਆਨੰਦ ਕਾਰਜ ਦੀਆਂ ਸਾਰੀਆਂ ਰਸਮਾਂ ਉਹ ਸਾਰੀਆਂ ਸਾਡੀਆਂ ਧੀਆਂ ਕਰਦੀਆਂ। ਜਵਾਨ ਕੁੜੀਆਂ ਨੇ ਜਿਹੜੀਆਂ ਹਰ ਚੀਜ਼ ਕਰਦੀਆਂ ਨੇ, ਹਵਨ ਕਰਦੀਆਂ ਨੇ, ਕਿਉਂਕਿ ਸਾਡੇ ਵਿੱਚ ਹਵਨ ਕੀਤਾ ਜਾਂਦਾ।
ਹਵਨ ਕਰਦੇ, ਜੀ ਲਾਵਾਂ ਸਾਡੀਆਂ ਧੀਆਂ ਪੜ੍ਹਦੀਆਂ ਨੇ, ਔਰ ਫਿਰ ਉਹ ਲੰਗਰ ਦਾ ਪ੍ਰਬੰਧ, ਲੰਗਰ ਵਰਤਾਉਣਾ, ਡੇਰੇ ਲਵਾਉਣ ਦਾ ਪ੍ਰਬੰਧ, ਆਈ ਸੰਗਤ ਦਾ, ਸਾਰੇ ਕੰਮ ਧੀਆਂ ਨੂੰ ਦਿੱਤੇ ਨੇ, ਉਹ ਕਰਦੀਆਂ ਨੇ, ਬੜੀਆਂ ਵਧੀਆ ਕਰਦੀਆਂ। ਅੱਛਾ, ਜੀ ਹੋਰ ਨਵੀਂ ਗੱਲ ਤੁਹਾਨੂੰ ਦੱਸਾਂ ਮੈਂ ਜੀ ਕਿ ਅਸੀਂ, ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਉਹਨਾਂ ਨੇ ਸਭ ਤੋਂ ਪਹਿਲੋਂ ਇਸਤਰੀ ਜਾਤੀ ਨੂੰ ਅੰਮ੍ਰਿਤ ਛਕਾਇਆ। ਉਹਨਾਂ ਤੋਂ ਪਹਿਲੋਂ ਕਦੇ ਅੰਮ੍ਰਿਤ ਨਹੀਂ ਛਕਾਇਆ ਗਿਆ। ਸਿਆੜ ਜੀ ਪਿੰਡ ਵਿੱਚ 6 ਜੂਨ ਨੂੰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, ਕਛਹਿਰੇ ਪਵਾਏ। ਹੁਣ ਅਸੀਂ ਉਸੇ ਗੁਰੂ ਦੇ ਸਿੱਖ ਹਾਂ, ਉਸੇ ਗੁਰੂ ਦੇ ਪੂਰਨਿਆਂ ਤੇ ਚੱਲਦਿਆਂ ਹੋਇਆ ਅਸੀਂ ਨਾਮਗਤ ਨੇ ਕੋਈ 4-5 ਸਾਲ ਪਹਿਲੋਂ ਇਸਤਰੀਆਂ ਨੂੰ ਅੰਮ੍ਰਿਤ ਬਣਾਉਣ ਵੀ ਲਾ ਦਿੱਤਾ ਹੈ। ਨਹੀਂ ਤਾਂ ਹੁਣ ਤੱਕ ਪੁਰਸ਼ਾਂ ਦੇ ਅਧੀਨ ਸੀ ਇਹ ਪਰੰਪਰਾ। ਅੱਜ ਇਸਤਰੀਆਂ ਆਪੇ ਇਕੱਠੀਆਂ ਹੋ ਕੇ ਅੰਮ੍ਰਿਤ ਬਣਾਉਂਦੀਆਂ ਨੇ, ਔਰ ਇਸਤਰੀਆਂ ਪੁਰਸ਼ਾਂ ਨੂੰ ਅੰਮ੍ਰਿਤ ਛਕਾਉਂਦੀਆਂ। ਜੀ ਸੋਚ ਹੀ ਨਹੀਂ ਸਕਦੇ, ਇਹ ਗੱਲ ਮੰਨਣ ਚ ਨਹੀਂ ਆਉਣੀ, ਕਈਆਂ ਨੇ ਮੇਰੇ ਤੇ ਔਖੇ ਵੀ ਹੋ ਜਾਣਾ ਕਿ ਅੰਮ੍ਰਿਤਧਾਰੀ ਇਸਤਰੀ ਪੁਰਸ਼ ਨੂੰ ਅੰਮ੍ਰਿਤ ਦੇ ਰਹੀ ਹੈ। ਸੋ ਅਸੀਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸਤਰੀ ਜਾਤੀ ਨੂੰ ਇਸ ਰੂਪ ਦੇ ਵਿੱਚ ਅੱਗੇ ਲਿਆ ਰਹੇ ਹਾਂ। ਤੇ ਇਹ ਗੱਲਾਂ ਮੈਂ ਤਾਂ ਦੱਸ ਰਿਹਾ ਕਿ ਇਹ ਸਾਰਾ ਕੁਝ ਤੁਹਾਡੇ ਸਰੋਤੇ ਸੁਣ ਕੇ ਉਹ ਵੀ ਆਪਣੇ ਪਰਿਵਾਰਾਂ ਵਿੱਚ, ਆਪਣੇ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲਿਆਉਣ ਅਤੇ ਇਸਤਰੀਆਂ ਨੂੰ ਅੱਗੇ ਲਿਆਉਣ, ਤਾਂ ਕਿ ਪੁਰਸ਼ ਪ੍ਰਧਾਨ ਸਮਾਜ ਸਾਡਾ ਨਾ ਰਹਿ ਜਾਵੇ। ਸਾਡਾ ਸਮਾਜ ਪੁਰਸ਼ ਅਤੇ ਇਸਤਰੀ ਦੋਵਾਂ ਦੇ ਕਰੀਬ ਸਮਾਨਤਾ ਨਾਲ ਪ੍ਰਧਾਨਤਾ ਹੋਵੇ। ਇਹਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਜੇ ਪੁਰਸ਼ ਪ੍ਰਧਾਨ ਨਹੀਂ ਚਾਹੀਦਾ ਤੇ ਫਿਰ ਇਸਤਰੀ ਪ੍ਰਧਾਨ ਵੀ ਨਹੀਂ ਚਾਹੀਦਾ। ਇਹ ਨਹੀਂ ਨਾ ਕਿ ਇੱਕ ਦੀ ਚੜ੍ਹਤ ਹੋ ਗਈ ਤੇ ਦੂਜੇ ਨੂੰ ਕੱਢ ਦਿਓ, ਇਸਤਰੀਆਂ ਪੁਰਸ਼ਾਂ ਨੂੰ ਕੱਢ ਦੇਣ, ਉਹ ਤੇ ਗੱਲ ਨਹੀਂ ਨਾ ਬਣਦੀ। ਜੀ ਬਿਲਕੁਲ। ਇਹ ਬੇਨਤੀ ਕਰਾਂਗਾ ਕਿ ਹਰ ਖੇਤਰ ਵਿੱਚ ਅੱਗੇ ਲਿਆਓ, ਜਿਵੇਂ ਅਸੀਂ ਨਾਮਧਾਰੀਆਂ ਨੇ ਮੌਕੇ ਦਿੱਤੇ ਨੇ, ਬਾਕੀ ਦੇ ਵੀ ਲਿਆਉਣ, ਇਸੇ ਤਰ੍ਹਾਂ ਹੀ ਧੀਆਂ ਨੂੰ ਪੜ੍ਹਾਉਣ। ਜੀ ਜੀ ਵੈਸੇ ਇੰਟਰਵਿਊ ਖਤਮ ਕਰਨ ਦਾ ਸਮਾਂ ਹੋ ਗਿਆ, ਪਰ ਮਨ ਤਾਂ ਨਹੀਂ ਕਰਦਾ, ਕਿਉਂਕਿ ਆਪ ਜੀ ਦੀਆਂ ਗੱਲਾਂ ਹੀ ਬਹੁਤ ਵਧੀਆ, ਔਰ ਸਿਰਫ ਗੱਲਾਂ ਹੀ ਨਹੀਂ, ਕਿਉਂਕਿ ਪ੍ਰੈਕਟੀਕਲ ਇਹ ਕੰਮ ਸਾਰੇ ਜਿਹੜੇ ਆਪ ਜੀ ਦੇ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਸੋ ਮੈਂ ਇੱਕ ਧੀ ਹੋਣ ਦੇ ਨਾਤੇ ਆਪ ਜੀ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਆਪ ਜੀ ਨੇ ਜਿਹੜੀਆਂ ਲੋੜਵੰਦ ਬੱਚੀਆਂ ਵਾ ਉਹਨਾਂ ਲਈ ਵੀ ਬਹੁਤ ਸਾਰੇ ਜਿਹੜੇ ਉਪਰਾਲੇ ਕਰ ਰਹੇ ਹੋ, ਤੇ ਉਹਨਾਂ ਲਈ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਅਸੀਂ ਕਿਰਪਾ ਜੀ, ਮੇਰਾ ਕੁਛ ਨਹੀਂ ਜੀ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂਕਿ ਆਪ ਜੀ ਨੇ ਬਹੁਤ, ਆਪ ਜੀ ਦਾ ਜਿਹੜਾ ਸਮਾਂ ਬਹੁਤ ਅਣਮੁੱਲਾ, ਤੇ ਤੁਸੀਂ ਆਪਣੇ ਅਣਮੁੱਲੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਰਿਆਂ ਦੇ ਹੀ ਰੂਬਰੂ ਹੋਏ ਹੋ, ਤੇ ਮੈਂ ਆਪ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ।